ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ 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 ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਗੁਰੂ ਜੀ ਦੀਆਂ ਸੰਗਤਾਂ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋਏ ਹੋ। ਬੜੇ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਗੁਰੂ ਘਰ ਦੀ ਪਵਿੱਤਰ ਕਥਾ ਆਪਾਂ ਨੇ ਹੁਣ ਸਰਵਣ ਕਰਨੀ ਹੈ। ਵੱਡੇ ਸਮਰੱਥ ਗੁਰੂ ਆਪ ਪ੍ਰਤੱਖ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਆਏ ਹਨ। ਤੁਸੀਂ ਸੰਗਤ ਦੀ ਕਥਾ ਸੁਣੀ ਹੈ ਸਾਰੀ, ਕਿਵੇਂ ਚੰਦੂ ਦੇ ਦੁਆਰਾ ਭੇਜਿਆ ਹੋਇਆ ਜਿਹੜਾ ਸ਼ਗਨ ਸੀਗਾ ਉਹ ਧਰਿਆ ਧਰਾਇਆ ਹੀ ਰਹਿ ਗਿਆ। ਸਿੱਖਾਂ ਦੀ ਗੁਰੂ ਜੀ ਦੀ ਸੰਗਤ ਦੀ ਜਿਹੜੀ ਬੇਨਤੀ ਸੀ, ਸੰਗਤ ਦਾ ਜਿਹੜਾ ਫੈਸਲਾ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੇ ਮੁਤਾਬਕ ਚੰਦੂ ਦੀ ਧੀ ਦਾ ਜਿਹੜਾ ਰਿਸ਼ਤਾ ਸੀ ਉਹ ਪ੍ਰਵਾਨ ਨਹੀਂ ਕੀਤਾ ਜੀ। ਬ੍ਰਾਹਮਣ ਨੇ ਬਹੁਤ ਕੁਝ ਮਹਾਰਾਜ ਜੀ ਨੂੰ ਆਖਿਆ, ਇਹ ਵੀ ਡਰਾਇਆ ਵੀ ਉਹਨੇ। ਕਹਿਣ ਲੱਗਾ ਤੁਹਾਨੂੰ ਪਤਾ ਨਹੀਂ ਹੈ ਉਹ ਕਿੰਨੇ ਪੈਸੇ ਵਾਲਾ ਹੈਗਾ ਅਤੇ ਕਿੰਨੀ ਉਹਦੀ ਚੱਲਦੀ ਹੈ। ਹੋਰ ਵੀ ਗੱਲਾਂ ਉਹਨੇ ਆਖੀਆਂ ਢਿੱਲੀਆਂ। ਗੁਰੂ ਸਾਹਿਬ ਮਹਾਰਾਜ ਨੇ ਇੱਕੋ ਹੀ ਗੱਲ ਆਖੀ, ਸਾਡੇ ਵਾਸਤੇ ਸਭ ਕੁਝ ਗੁਰੂ ਜੀ ਦੀ ਸੰਗਤ ਹੈ। ਕਹਿਣ ਲੱਗੇ ਸੰਗਤ ਦੇ ਫੈਸਲੇ ਨੂੰ ਅਸੀਂ ਮੋੜ ਨਹੀਂ ਸਕਦੇ। ਸਤਿਗੁਰੂ ਕਹਿਣ ਲੱਗੇ ਸੰਗਤ ਜੀ ਇਹ ਸਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਕਾਰਨ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਜੀ। ਕਾਰਨ ਕੀ ਨੇ, ਮੁੱਢਲੇ ਕਾਰਨ ਕੀ ਹੈਗੇ ਜੀ। ਇਹ ਵੀ ਇੱਕ ਬੜਾ ਵੱਡਾ ਕਾਰਨ ਸੀਗਾ ਜੀ। ਜਿੱਥੇ ਹੋਰ ਕਾਰਨ ਨੇ ਨਾ, ਇਹ ਵੀ ਸ਼ਹੀਦੀ ਦਾ ਬੜਾ ਵੱਡਾ ਕਾਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਮਾਇਆ ਲੈ ਲਓ ਅਤੇ ਚਲੇ ਜਾਓ। ਉਹ ਕਹਿਣ ਲੱਗੇ ਨਹੀਂ ਮਹਾਰਾਜ ਅਸੀਂ ਮਾਇਆ ਨਹੀਂ ਲੈਣੀ। ਅਸੀਂ ਜਦੋਂ ਸੰਬੰਧ ਹੀ ਨਹੀਂ ਬਣਿਆ, ਰਿਸ਼ਤਾ ਹੀ ਨਹੀਂ ਜੁੜਿਆ ਅਤੇ ਮਾਇਆ ਅਸੀਂ ਕਿਉਂ ਲੈਣੀ ਹੈ। ਉਧਰ ਸੰਗਤ ਦੇ ਵਿੱਚ ਭਾਈ ਨਰੈਣ ਦਾਸ ਜੀ ਬੈਠੇ ਨੇ ਜੀ।
ਭਾਈ ਨਰੈਣ ਦਾਸ ਜੀ ਸੰਗਤ ਵਿੱਚ ਬੈਠੇ ਬੈਠੇ ਸੋਚ ਰਹੇ ਆ ਕਿ ਸਮਾਂ ਬੜਾ ਵਧੀਆ ਹੈ ਤੇ ਮੈਂ ਗਰੀਬ ਬੰਦਾ, ਪਰ ਜੇ ਇਸ ਸਮੇਂ ਮੈਂ ਗੁਰੂ ਸਾਹਿਬ ਨੂੰ ਆਖਾਂ ਮੇਰੀ ਬੱਚੀ ਦਾ ਰਿਸ਼ਤਾ ਮਹਾਰਾਜ ਪ੍ਰਵਾਨ ਕਰ ਲਓ, ਜੇ ਗੁਰੂ ਸਾਹਿਬ ਇਹ ਕੰਮ ਕਰ ਦੇਣ ਤੇ ਸੰਗਤ ਦੇ ਮਨਾਂ ਵਿੱਚ ਫਿਰ ਖੁਸ਼ੀ ਆ ਜਾਏਗੀ। ਬੜੀ ਲੰਮੀ ਸੋਚ ਵਿਚਾਰ ਭਾਈ ਨਰੈਣ ਦਾਸ ਜੀ ਨਾ ਆਪਣੇ ਮਨ ਵਿੱਚ ਕਰਦੇ ਰਹੇ ਜੀ। ਹੱਥ ਜੋੜ ਕੇ ਖਲੋ ਗਏ ਫਿਰ ਜੀ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਸਿੱਖਾਂ ਦੇ ਮਹਾਰਾਜ ਤੁਸੀਂ ਮਾਲਕ ਹੋ। ਮਹਾਰਾਜ ਮੈਂ ਗਰੀਬ ਜਿਹਾ ਬੰਦਾ ਹਾਂ, ਪਰ ਮੈਂ ਗੱਲ ਕਰਨ ਲੱਗਾ, ਕਿਰਪਾ ਕਰਕੇ ਨਾ ਕਰਿਓ। ਮਹਾਰਾਜ ਕਹਿੰਦੇ ਦੱਸੋ। ਕਹਿਣ ਲੱਗਾ, ਮਹਾਰਾਜ ਮੇਰੀ ਧੀ 7 ਸਾਲ ਦੀ ਉਮਰ ਦੀ ਹੈ, ਮਹਾਰਾਜ ਉਹਦਾ ਰਿਸ਼ਤਾ ਲੈ ਲਓ। ਮਹਾਰਾਜ ਨੇ ਸਤ ਬਚਨ ਕਰਤਾ ਜੀ। ਉੱਥੇ ਹੀ ਸੰਗਤ ਦੇ ਵਿੱਚ ਭਾਈ ਹਰੀਦਾਸ ਜੀ ਬੈਠੇ ਆ। ਉਹਨਾਂ ਵੇਖਿਆ ਵੀ ਮਹਾਰਾਜ ਨੇ ਇਹਨਾਂ ਨੂੰ ਸਤ ਬਚਨ ਕਰਤਾ। ਉਹਨਾਂ ਕਿਹਾ, ਮਹਾਰਾਜ ਮੇਰੀ ਵੀ ਬੱਚੀ ਹੈਗੀ ਹੈ। ਮਹਾਰਾਜ ਨੇ ਉਹਨਾਂ ਨੂੰ ਵੀ ਸਤ ਬਚਨ ਕਰ ਦਿੱਤਾ ਜੀ। ਦੋਵਾਂ ਨੇ ਸ਼ਗਨ ਲਾ ਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੀ। ਦੋਵਾਂ ਨੇ ਸ਼ਗਨ ਲਾ ਦਿੱਤਾ। ਗੁਰੂ ਘਰ ਵਿੱਚ ਬੜੀਆਂ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ ਜੀ। ਸੰਗਤਾਂ ਕਹਿ ਰਹੀਆਂ, ਵੇਖੋ ਗੁਰੂ ਘਰ ਦਾ ਪ੍ਰਤਾਪ, ਇੱਕ ਰਿਸ਼ਤਾ ਟੁੱਟਿਆ ਤੇ ਮੌਕੇ ਤੇ ਹੀ 2 ਹੋ ਗਏ ਜੀ, ਮੌਕੇ ਦੇ ਉੱਤੇ ਹੀ ਹੋ ਗਏ ਜੀ। ਬਾਕੀ ਕੱਲ ਤੁਸੀਂ ਸਾਰੀ ਗੱਲ ਖੋਲ ਕੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਭਾਈ ਨਰੈਣ ਦਾਸ ਜੀ ਦੇ ਵੱਡੇ ਬਜ਼ੁਰਗ ਨੇ ਭਾਈ ਪਾਰੋ ਜੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਇੱਕ ਦਿਨ ਸਮਾਂ ਆਏਗਾ ਤੁਹਾਡੇ ਘਰ ਦਾ ਤੇ ਸਾਡੇ ਘਰ ਦਾ ਰਿਸ਼ਤਾ ਬਣੇਗਾ। ਮਹਾਰਾਜ ਕਹਿਣ ਲੱਗੇ ਉਹ ਬਚਨ ਵੀ ਸੱਚਾ ਹੋਣਾ ਸੀ। ਸੰਗਤ ਜੀ ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਭਾਈ ਨਰੈਣ ਦਾਸ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ, ਗੁਰੂ ਅਰਜਨ ਦੇਵ ਜੀ ਨੂੰ, ਮਹਾਰਾਜ ਹੁਣ ਕਿਰਪਾ ਕਰੋ ਤੇ ਸੱਚੇ ਪਾਤਸ਼ਾਹ ਵਿਆਹ ਦੀ ਤਰੀਕ ਵੀ ਆਪ ਹੀ ਆਪਣੇ ਮੁਖ ਤੋਂ ਦੱਸ ਦਿਓ। ਮਹਾਰਾਜ ਆਪ ਹੀ ਵਿਆਹ ਦੀ ਤਰੀਕ ਦੱਸ ਦਿਓ। ਬਹੁਤ ਸਾਰੇ ਲੋਕ ਸੰਗਤ ਜੀ ਇਸ ਮੌਕੇ ਤੇ ਜੋਤਸ਼ੀਆਂ ਦੀ ਸਲਾਹ ਲੈਂਦੇ ਆ, ਪਰ ਗੁਰੂ ਸਾਹਿਬ ਮਹਾਰਾਜ ਜੀ ਦੇ ਘਰ ਦੀ ਮਰਿਆਦਾ ਹੈ, ਸਾਹਾ ਗਣਹੇ ਨਾ ਕਰਹੇ ਵਿਚਾਰ, ਸਾਹੇ ਉਪਰ ਏਕੰਕਾਰ। ਸਭ ਤੋਂ ਵੱਡਾ ਵਾਹਿਗੁਰੂ ਜੀ ਦਾ ਨਾਮ ਹੈ ਜੀ। ਕੋਈ ਕੰਮ ਸ਼ੁਰੂ ਕਰਨਾ ਕੀਤਾ ਲੋੜੀਐ, ਕੰਮ ਸੁਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਰੀਕ ਦਿੱਤੀ ਜੀ ਉਹਨਾਂ ਨੂੰ। ਹੁਣ ਸੁਣਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਮਾਤਾ ਦਮੋਦਰੀ ਜੀ ਦਾ ਕਿਸ ਤਰੀਕ ਤੇ ਵਿਆਹ ਹੋਇਆ, ਆਨੰਦ ਕਾਰਜ ਹੋਇਆ ਜੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਜ ਤੋਂ 2 ਮਹੀਨੇ ਬਾਅਦ ਮਾਘ ਦੇ ਮਹੀਨੇ ਵਿੱਚ ਜਦੋਂ ਸੁਧੀ ਚੱਲ ਰਹੀ ਹੋਏਗੀ, ਉਹਦੀ 10ਵੀਂ ਤਰੀਕ ਨੂੰ ਵਿਆਹ ਕੀਤਾ ਜਾਏਗਾ। ਮਹਾਰਾਜ ਕਹਿਣ ਲੱਗੇ ਮਾਘ ਸੁਦੀ 10ਵੀਂ ਨੂੰ ਮਹਾਰਾਜ ਨੇ ਵਿਆਹ ਦੀ ਤਰੀਕ ਦਿੱਤੀ ਵੀ ਇਸ ਤਰੀਕ ਨੂੰ ਵਿਆਹ ਹੋਏਗਾ ਜੀ। ਹਾਂਜੀ, ਉਸੇ ਵੇਲੇ ਬੜੀਆਂ ਖੁਸ਼ੀਆਂ ਵਰਤ ਗਈਆਂ ਜੀ ਵੀ ਵਿਆਹ ਦੀ ਤਰੀਕ ਵੀ ਨਿਯਤ ਹੋ ਗਈ ਹੈ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਗੁਰੂ ਘਰ ਵਿੱਚ ਬਹੁਤੀਆਂ ਹੀ ਖੁਸ਼ੀਆਂ ਦਾ ਮਾਹੌਲ ਬਣ ਗਿਆ ਜੀ, ਬਹੁਤੀਆਂ ਹੀ ਖੁਸ਼ੀਆਂ ਦਾ ਜੀ। ਕਥਾ ਸੁਣੋ ਸਾਰੀ ਸੰਗਤ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂ, ਬੜੇ ਵਿਆਹਾਂ ਵਾਲੀ ਕਥਾ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਟਕ ਛੰਦ ਦੇਹੋ ਆਇਸ ਜਾਉ ਆਵਾਸ ਆਬੈ। ਭਾਈ ਨਰੈਣ ਦਾਸ ਜੀ ਨੇ ਜਦੋਂ ਤਰੀਕ ਸੁਣੀ, ਕਿਉਂ ਲੜਕੀ ਵਾਲੇ ਆ, ਬੜੀਆਂ ਤਿਆਰੀਆਂ ਕਰਨੀਆਂ ਨੇ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਆਗਿਆ ਦਿਓ, ਫਿਰ ਮਹਾਰਾਜ ਮੈਂ ਹੁਣ ਘਰ ਜਾਵਾਂ। ਹਾਂਜੀ, ਗਨ ਸੌਜਨ ਤਿਆਰ ਕਰਾਉ ਸਬੈ। ਮਹਾਰਾਜ ਵਿਆਹ ਦੇਣੀ ਥੋੜੇ ਰਹਿ ਗਏ ਜੀ। ਕਹਿੰਦੇ ਨਾ ਜਿਹੜੀ ਤਰੀਕ ਮਿੱਥੀ ਗਈ ਉਹ ਆ ਗਈ ਜੀ। ਜਿਹੜੀ ਮਿੱਥੀ ਗਈ
ਉਹ ਆ ਗਈ ਸਮਝੋ। ਮਹਾਰਾਜ 2 ਮਹੀਨੇ ਮੇਰੇ ਕੋਲ ਹੈ ਤੇ ਤਿਆਰੀ ਬੜੀ ਕਰਨੀ ਹੈ। ਮਹਾਰਾਜ ਮੈਂ ਪਦਾਰਥ ਵਸਤੂਆਂ ਤਿਆਰ ਕਰਨੀਆਂ ਸੱਚੇ ਪਾਤਸ਼ਾਹ। ਹਾਂਜੀ। ਕਰ ਬੰਧਨ ਕੋ ਤਤਕਾਲ ਗਇਓ। ਮਹਾਰਾਜ ਕਹਿਣ ਲੱਗੇ ਭਾਈ ਸਤ ਬਚਨ। ਭਾਈ ਨਰਾਇਣ ਦਾਸ ਜੀ ਨਮਸਕਾਰ ਕਰਕੇ ਫਿਰ ਆਪਣੇ ਪਿੰਡ ਡੱਲੇ ਗਏ ਜੀ। ਹਾਂਜੀ। ਆਪਣੇ ਘਰ ਪ੍ਰਾਪਤ ਹੋਤ ਪਇਓ। ਆਪਣੇ ਘਰ ਵਿੱਚ ਗਏ ਤੇ ਖੁਸ਼ੀ ਇੰਨੀ ਵੀ ਅੰਤ ਹੀ ਕੋਈ ਨਹੀਂ ਹੈਗਾ ਜੀ। ਹਾਂਜੀ। ਬਿਰਤਾਂਤ ਕੁਟੰਬ ਹੈ ਸੰਗ ਕਹਿਓ। ਸਾਰੇ ਰਿਸ਼ਤੇਦਾਰ ਇਕੱਠੇ ਕੀਤੇ। ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਆਖਿਆ ਭਾਈ ਸਾਡੇ ਬੜੇ ਵੱਡੇ ਭਾਗ ਗੁਰੂ ਅਮਰਦਾਸ ਜੀ ਨੇ ਜਿਹੜਾ ਬਚਨ ਕੀਤਾ ਉਹ ਸੱਤ ਹੋਇਆ। ਆਪਣੇ ਪਰਿਵਾਰ ਦਾ ਗੁਰੂ ਘਰ ਨਾਲ ਰਿਸ਼ਤਾ ਜੁੜ ਗਿਆ ਹੈ। ਸਾਰੀ ਗੱਲ ਰਿਸ਼ਤੇ ਵਾਲੀ ਦੱਸੀ। ਸੁਣ ਕੇ ਸਭ ਨੇ ਮਨ ਮੋਦ ਲਹਿਓ। ਜਦੋਂ ਰਿਸ਼ਤੇਦਾਰਾਂ ਵੀ ਇਹ ਗੱਲ ਸੁਣੀ ਨਾ ਜੀ, ਸਮਾਂ ਭਲਾ ਸੀ, ਵਧੀਆ ਸੀ। ਅੱਜ ਦੇ ਤੇ ਰਿਸ਼ਤੇਦਾਰ ਹੀ ਸੜ ਜਾਂਦੇ ਪਿਆਰਿਓ। ਉਹ ਰਿਸ਼ਤੇਦਾਰ ਬੜੇ ਹੀ ਖੁਸ਼ ਹੋਏ ਜੀ। ਖੁਸ਼ੀ ਦੇ ਨਾਲ ਭਾਰੀ ਗਏ ਵੀ ਮਹਾਰਾਜ ਇੱਥੇ ਜੰਝ ਲੈ ਕੇ ਆਉਣਗੇ, ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇਗਾ। ਹਾਂਜੀ। ਨਿਜ ਭਾਗ ਵਿਸਾਲੈ ਧਨ ਲਖੈ। ਆਪਣੇ ਵੱਡੇ ਭਾਗ ਜਾਣੇ, ਧਨ ਭਾਗ ਜਾਣੇ ਸਾਡੀ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਮਿਲਿਆ ਹੈ। ਹਾਂਜੀ। ਘਰ ਸ਼੍ਰੀ ਗੁਰ ਆਏ ਸਰੂਪ ਪਿਖੈ। ਮਹਾਰਾਜ ਸੱਚੇ ਪਾਤਸ਼ਾਹ ਆਉਣਗੇ, ਅਸੀਂ ਗੁਰੂ ਜੀ ਦੇ ਦਰਸ਼ਨ ਕਰਾਂਗੇ, ਸਾਡੇ ਨਗਰ 'ਚ ਗੁਰੂ ਜੀ ਦੇ ਚਰਨ ਪੈਣਗੇ। ਰਿਸ਼ਤੇਦਾਰ ਵੀ ਬੜੇ ਖੁਸ਼ ਹੋਏ ਜੀ। ਹਾਂਜੀ। ਸਭ ਸੰਗ੍ਰਹਿ ਸੌਜ ਕਰਨ ਤਪਏ। ਬਸ ਉਸੇ ਦਿਨ ਤੋਂ ਤਿਆਰੀ ਆਰੰਭ ਕਰ ਦਿੱਤੀ ਜੀ। ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਹਿਤ ਵਿਆਹਾ ਉਸ਼ਾਹ ਆਨੰਦ ਲਏ। ਬਾਬਾ ਨਰਾਇਣ ਦਾਸ ਜੀ ਤੇ ਉਹਨਾਂ ਦਾ ਪਰਿਵਾਰ ਬੜੇ ਚਾਵਾਂ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਵਿਆਹ ਦਾ ਸਮਾਨ ਇਕੱਠਾ ਕਰਦਾ ਹੈ ਜੀ। ਆਨੰਦ ਨਾਲ ਭਰ ਗਏ ਜੀ। ਹਾਂਜੀ। ਇਤ ਸ਼੍ਰੀ ਗੁਰ ਸੰਗੈ ਸੰਗਤ ਹੈ। ਉਧਰ ਗੁਰੂ ਸਾਹਿਬ ਨਾਲ ਸੰਗਤ ਹੈ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਨਾਲ। ਮਿਸ਼ਟਾਨ ਮੰਗਾਏ ਉਮੰਗਤ ਹੈ। ਬਸ ਉਸ ਦਿਨ ਤੋਂ ਮਠਿਆਈਆਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਜੀ। ਗੱਜ ਕੇ ਆਖੋ ਬੜੀ ਮਠਿਆਈ ਮਹਾਰਾਜ ਜੀ ਨੇ ਮੰਗਵਾਈ ਜੀ। ਹਾਂਜੀ। ਪਿਤ ਥਾਨ ਥਪਿਓ ਹਰ ਮੰਦਰ ਕੋ। ਤੇ ਮਠਿਆਈ ਮੰਗਾ ਕੇ ਸਭ ਤੋਂ ਪਹਿਲਾਂ ਕਿੱਥੇ ਗਏ ਜੀ? ਸ੍ਰੀ ਹਰਿਮੰਦਰ ਸਾਹਿਬ ਗਏ ਮਹਾਰਾਜ ਜੀ। ਆਪਾਂ ਵੀ ਕਹਿੰਦੇ ਜਦੋਂ ਪਹਿਲਾ ਡੱਬਾ ਵਿਆਹ ਦਾ ਆਵੇ ਪਹਿਲਾਂ ਗੁਰੂ ਸਾਹਿਬ ਕੋ ਜਾਣਾ, ਗੁਰਦੁਆਰਾ ਸਾਹਿਬ ਜਾਣਾ। ਮਰਿਆਦਾ ਹੀ ਇਹ ਹੈ। ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਹੋਣਾ। ਜਦੋਂ ਉਹ ਇਹ ਕਥਾ ਸੁਣਨਗੇ ਉਹਨਾਂ ਨੂੰ ਮਰਿਆਦਾ ਦਾ ਪਤਾ ਲੱਗੇਗਾ ਵੀ ਇਹੋ ਜਿਹੇ ਸਮੇਂ ਵਿੱਚ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਆਉਣਾ ਹੈ ਜੀ। ਮਹਾਰਾਜ ਨੇ ਖੂਬ ਮਠਿਆਈ ਮੰਗਵਾਈ। ਉਦੋਂ ਮਠਿਆਈ ਵੀ 2-3 ਤਰ੍ਹਾਂ ਦੀ, ਲੱਡੂ, ਵੇਸਣ, ਸ਼ੱਕਰਪਾਰੇ, ਬੂੰਦੀ, ਇਹੋ ਹੀ ਮਠਾਈ ਹੁੰਦੀ ਸੀਗੀ ਜੀ। ਮਹਾਰਾਜ ਨੇ ਮਠਿਆਈ ਮੰਗਵਾਈ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਹਿਤ ਥਾਪ ਥਪਿਓ ਹਰ ਮੰਦਰ ਕੋ। ਹਿਤ ਪੂਜਨ ਕੇ ਚਲ ਸੁੰਦਰ ਕੋ। ਮਹਾਰਾਜ ਹਰਮੰਦਰ ਸਾਹਿਬ ਦੀ ਪੂਜਾ ਕਰਨ ਵਾਸਤੇ ਤੁਰੇ, ਭਾਵ ਹਰਮੰਦਰ ਸਾਹਿਬ ਨਮਸਕਾਰ ਕਰਨ ਵਾਸਤੇ, ਮਠਿਆਈ ਚੜਾਉਣ ਵਾਸਤੇ ਮਹਾਰਾਜ ਤੁਰੇ ਜੀ। ਹਾਂਜੀ। ਸਿੱਖ ਸੇਵਕ ਭੀਰ ਸੋ ਸਾਥ ਮਹਾ। ਬੜੇ ਸਿੱਖ ਬਾਬਾ ਬੁੱਢਾ ਜੀ ਵਰਗੇ ਸੇਵਕ, ਬਹੁਤ ਹੀ ਸਿੱਖ ਮਹਾਰਾਜ ਦੇ ਨਾਲ ਨਾਲ ਤੁਰ ਰਹੇ ਸੱਚੇ ਪਾਤਸ਼ਾਹ ਜੀ ਦੇ ਜੀ। ਹਾਂਜੀ। ਤਟ ਤੀਰਥ ਪੌਰ ਪਹੁੰਚ ਤਹਾਂ। ਤੇ ਹਰਮੰਦਰ ਸਾਹਿਬ ਜੀ ਦੇ ਦਰਸ਼ਨੀ ਦਰਵਾਜ਼ੇ ਤੇ ਪਹੁੰਚ ਗਏ ਜੀ ਮਹਾਰਾਜ। ਦਰਸ਼ਨੀ ਦਿਉੜੀ ਹੈ ਨਾ, ਸਰੋਵਰ ਤੋਂ ਅੰਦਰ ਨੂੰ ਜਾਂਦੇ ਆ ਜੀ। ਹਾਂਜੀ। ਹਰ ਗੋਬਿੰਦ ਨਾਰ ਅਨੇਕ ਮਿਲੀ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ, ਉਹਨਾਂ ਨੂੰ ਬਹੁਤ ਬੀਬੀਆਂ ਮਿਲੀਆਂ ਘਰ ਵਿੱਚ ਜਾ ਕੇ। ਵਧਾਈ ਹੋਵੇ ਕਹਿਣ ਲੱਗੇ, ਇੱਕ ਦੇ ਵੀ 2-2 ਰਿਸ਼ਤੇ ਹੋ ਗਏ ਆ। ਹਾਂਜੀ। ਨਿਜ ਸੰਗ ਕਰੇ ਤਿਹ ਗੰਗ ਚੱਲੀ। ਮਾਤਾ ਗੰਗਾ ਜੀ ਬਹੁਤ ਸਾਰੀਆਂ ਇਸਤਰੀਆਂ ਨੂੰ ਨਾਲ ਲੈ ਕੇ ਉਹ ਵੀ ਹਰਮੰਦਰ ਸਾਹਿਬ ਨੂੰ ਤੁਰ ਪਏ ਜੀ। ਹਾਂਜੀ। ਗੁਰ ਅਗਰ ਪਏ ਪਛਾਤ ਇਹੀ। ਮਾਤਾ ਜੀ ਮਗਰ ਮਗਰ ਆ ਰਹੇ ਬੀਬੀਆਂ ਦੇ ਨਾਲ, ਬਹੁਤ ਸਾਰੇ ਸੇਵਕਾਂ ਦੇ ਨਾਲ। ਧੰਨ ਗੁਰੂ ਅਰਜਨ ਦੇਵ ਜੀ ਅੱਗੇ ਅੱਗੇ ਜਾ ਰਹੇ ਜੀ ਮੱਥਾ ਟੇਕਣ ਵਾਸਤੇ। ਗੁਰ ਨਾਨਕ ਨਾਮ ਉਚਾਰਤ ਹੀ। ਤੇ ਮਾਤਾ ਜੀ ਹੋਣੀ ਤੁਰਦੇ ਤੁਰਦੇ ਪਤਾ ਕੀ ਕਹਿੰਦੇ ਆ?
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸੰਗਤ ਜੀ ਗੱਜ ਕੇ ਆਖੋ, ਰਸਨਾ ਪਵਿੱਤਰ ਹੁੰਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦੇ ਮਾਤਾ ਜੀ। ਹਾਂਜੀ। ਦਰਬਾਰ ਕੇ ਦਵਾਰ ਨਮੋ ਕਰ ਕੈ। ਤੇ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਨਮਸਕਾਰ ਕੀਤੀ ਸਤਿਗੁਰੂ ਜੀ ਨੇ ਜੀ। ਸਿੱਖਾਂ ਨੇ ਮੱਥਾ ਟੇਕਿਆ। ਪਰਦਰਸ਼ਨ ਦੀਨ ਸਭੀ ਫਿਰ ਕੈ। ਤੇ ਫਿਰ ਨਾ ਜੀ ਪਰਕਰਮਾ ਕੀਤੀ ਜੀ ਸਾਰੀ ਜੀ। ਅੰਦਰ ਬਾਹਰ ਪਰਕਰਮਾ ਕੀਤੀ ਜੀ। ਹਾਂਜੀ। ਸਭ ਹੋਏ ਖਰੇ ਅਰਦਾਸ ਕਰੀ। ਅੰਦਰ ਗਏ ਜੀ। ਫਿਰ ਜੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰੂ ਕੇ ਸਿੱਖ ਸਾਰੇ ਖਲੋ ਗਏ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਗਈ ਜੀ। ਮਹਾਰਾਜ ਇੱਕ ਟੁੱਟਿਆ ਸੀ, ਦੋ ਜੁੜ ਗਏ ਨੇ। ਮਹਾਰਾਜ ਕਿਰਪਾ ਰੱਖਿਓ, ਮਿਹਰ ਰੱਖਿਓ। ਇਹ ਅਰਦਾਸ ਕੀਤੀ ਗਈ ਜੀ। ਹਾਂਜੀ। ਬਰ ਫੂਲਨ ਕੀ ਵਰਖਾ ਸੋ ਝਰੀ। ਹਾਂ, ਹੁਣ ਧਿਆਨ ਨਾਲ ਸੁਣਿਓ। ਕਈ ਕਹਿੰਦੇ ਫੁੱਲਾਂ ਦੀ ਵਰਖਾ ਕਿਉਂ ਕਰਦੇ ਨੇ? ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਸਿੱਖ ਦਾ ਚਾਓ ਹੈ ਆਪਣੇ ਗੁਰੂ ਉੱਤੇ ਫੁੱਲਾਂ ਦੀ ਵਰਖਾ ਕਰਨ ਦਾ ਜੀ। ਕੋਈ ਮਾੜਾ ਕੰਮ ਥੋੜੀ ਹੈਗਾ ਜੀ। ਫੁੱਲਾਂ ਦੀ ਵਰਖਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਜੀ। ਹਾਂਜੀ। ਬਹੁਤ ਧੂਪ ਤੁਖਾਵਤ ਦੇਵਤ ਹੈ। ਬਹੁਤ ਧੂਫ ਤੁਖਾਈ ਗਈ ਹੈ, ਖੁਸ਼ਬੂ ਖਿਲਾਰੀ ਗਈ ਹੈ। ਹਾਂਜੀ। ਕਰ ਜੋਰਤ ਸ਼੍ਰੀ ਗੁਰ ਸੇਵਤ ਹੈ। ਤੇ ਹੱਥ ਜੋੜ ਕੇ ਸਾਰਿਆਂ ਨੇ ਅਰਦਾਸ ਕੀਤੀ। ਨਾਲੇ ਪ੍ਰੇਮੀ ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਦੇ ਆ। ਹਾਂਜੀ। ਵਰਤਾਏ ਪ੍ਰਸਾਦ ਸਮੂਹ ਦਿਓ। ਉਹ ਜਿਹੜੀਆਂ ਮਠਿਆਈਆਂ ਲੈ ਕੇ ਆਏ ਆ, ਫਿਰ ਸੰਗਤਾਂ ਵਿੱਚ ਮਠਿਆਈ ਵਰਤਾਈ ਗਈ ਜੀ। ਖੂਬ ਮਠਿਆਈ ਵਰਤਾਈ ਗਈ। ਪਿਖ ਮੰਗਲ ਕੋ ਹਰ ਖੰਤ ਹਿਓ। ਗੱਜ ਕੇ ਆਖੋ। ਤੇ ਜਿਹੜਾ ਜਿਹੜਾ ਇਸ ਸਮੇਂ ਵਿੱਚ ਆਉਂਦਾ ਨਾ ਜੀ, ਉਹਦਾ ਮਨ ਹੀ ਖੁਸ਼ ਹੋ ਜਾਂਦਾ ਜੀ। ਇੰਨਾ ਖੁਸ਼ੀਆਂ ਦਾ ਸਮਾਂ ਜੀ। ਹਾਂਜੀ। ਕਰ ਬੰਦ ਕਰੈ ਅਭਿਬੰਦਨ ਕੋ। ਗੁਰ ਨਾਮ ਜਪੈ ਅਭਿਨੰਦਨ ਕੋ। ਸੰਗਤਾਂ ਹੱਥ ਜੋੜ ਕੇ ਨਮਸਕਾਰ ਕਰ ਰਹੀਆਂ ਹਰਮੰਦਰ ਸਾਹਿਬ 'ਚ ਤੇ ਮੁਖੋਂ ਕਹਿ ਰਹੀਆਂ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ। ਇਮ ਗੰਗ ਲੀਏ ਨਿਜ ਨੰਦਨ ਕੋ। ਝੁਕ ਬੰਦਤ ਹੈ ਜਗ ਬੰਦਨ ਕੋ। ਤੇ ਮਾਤਾ ਗੰਗਾ ਜੀ ਆਪਣੇ ਨਾਲ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ ਆਏ ਆ ਜੀ। ਉਹਨਾਂ ਨੇ ਫਿਰ ਮੱਥਾ ਟੇਕਿਆ ਦਰਬਾਰ ਸਾਹਿਬ ਦੇ ਵਿੱਚ ਜੀ। ਹਾਂਜੀ। ਪੁਨ ਆਏ ਨਿਕੇਤ ਆਨੰਦ ਭਰੀ। ਨਮਸਕਾਰ ਕਰਕੇ ਫਿਰ ਗੁਰੂ ਕੇ ਮਹਿਲਾਂ ਵਿੱਚ ਆਏ ਜੀ। ਆਪਾਂ ਗਏ ਸਨ ਹੁਣ ਗੁਰੂ ਕੇ ਮਹਿਲ ਜੀ, ਉੱਥੇ ਆਏ ਜੀ ਫਿਰ ਜੀ। ਤੇ ਸੰਗਤ ਜੀ, ਪੱਕੀ ਗੱਲ ਹੈ, ਮਹਾਰਾਜ ਤੁਹਾਡੇ ਘਰ ਖੁਸ਼ੀਆਂ ਦੇ ਸਮੇਂ ਬਖਸ਼ਣ, ਆਨੰਦ ਮੰਗਲ ਹੋਵੇ ਜੀ। ਤੇ ਸਭ ਤੋਂ ਪਹਿਲੀ ਜਿਹੜੀ ਮਠਿਆਈ ਹੈ ਉਹ ਗੁਰੂ ਘਰ ਲੈ ਕੇ ਆਉਣੀ ਹੈ ਜੀ। ਹਾਂਜੀ। ਇਹ ਮਰਿਆਦਾ ਹੈ। ਪਹਿਲਾਂ ਮੈਂ ਛੋਟਾ ਹੁੰਦਾ ਵੇਖਦਾ ਰਿਹਾ ਜੀ। ਹਾਂਜੀ। ਮਾਈਆਂ ਨੇ ਥਾਲ ਭਰਿਆ ਹੋਣਾ ਬੂੰਦੀ ਦਾ ਤੇ ਆ ਕੇ ਚੜਾਉਣਾ ਜੀ। ਹਾਂਜੀ। ਨਾਲੇ ਸਾਨੂੰ ਚਾਅ ਚੜ ਜਾਂਦਾ ਜੀ ਬੂੰਦੀ ਵੇਖ ਕੇ। ਤੇ ਬੂੰਦੀ ਦੇ ਥਾਲ ਭਰੇ ਹੋਣੇ, ਸ਼ੱਕਰ ਪਾਰੇ, ਮੱਠੀਆਂ ਲੈ ਕੇ ਆਉਣੀਆਂ, ਭਾਜੀ ਬਣਨੀ ਪਹਿਲਾਂ ਗੁਰੂ ਘਰ ਲੈ ਕੇ ਆਉਣੀ ਜੀ। ਮਰਿਆਦਾ ਸੀਗੀ ਜੀ ਇਹ। ਹਾਂਜੀ। ਪੁਨ ਆਏ ਨਿਕੇਤ ਆਨੰਦ ਭਰੀ। ਸੋ ਇਸ ਤਰੀਕੇ ਨਾਲ ਸਾਰੇ ਘਰ ਵਿੱਚ ਆਏ, ਐ ਆਨੰਦ ਨਾਲ ਭਰ ਗਏ ਜੀ ਸਾਰੇ। ਖੁਸ਼ੀਆਂ ਹੀ ਖੁਸ਼ੀਆਂ ਜੀ। ਕੁੱਲ ਰੀਤ ਹੁਤੀ ਸਭ ਹੀ ਸੋ ਕਰੀ। ਜਿਹੜੀ ਕੁੱਲ ਦੀ ਮਰਿਆਦਾ ਸੀ ਉਹ ਸਾਰੀ ਕੀਤੀ ਜੀ ਘਰ ਆ ਕੇ। ਹਾਂਜੀ। ਮਿਸ਼ਟਾਨ ਦਿਓ ਸਭ ਕੇ ਘਰ ਮੈਂ। ਤੇ ਫਿਰ ਆਂਡੀਆਂ ਗਵਾਂਡੀਆਂ ਨੂੰ ਵੀ ਲੱਡੂ ਵੰਡੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਰੋਕਾ ਲਾ ਕੇ ਆਉਂਦੇ ਆ ਨਾ ਤੇ ਫਿਰ ਵੰਡਦੇ ਆ, ਗਵਾਂਡੀਆਂ ਨੂੰ ਵੀ ਦਿੰਦੇ ਆ। ਤੇ ਹੁਣ ਸਭ ਕੁਝ ਬਦਲ ਗਿਆ ਜੀ। ਕਹਿੰਦੇ 7 ਡੱਬੇ ਤੁਸੀਂ ਲੈ ਆਓ, 7 ਅਸੀਂ ਲੈ ਆਉਂਦੇ ਆ। ਤੇ ਉਹ 2-2 ਲੱਡੂ ਗਵਾਂਡੀਆਂ ਨੂੰ ਦੇ ਦਿੰਦੇ। ਮਾਤਾ ਜੀ ਹੋਣਾ ਨੇ ਖੁੱਲੀ ਮਠਿਆਈ ਆਂਡੀਆਂ ਗਵਾਂਡੀਆਂ ਨੂੰ ਵੀ ਦਿੱਤੀ ਜੀ, ਵੀ ਰੋਕਾ ਲਾ ਕੇ ਆਏ ਆ। ਹਾਂਜੀ। ਰਹਿ ਊਚ ਜੋ ਨੀਚ ਗੁਰੂ ਪੁਰ ਮੈਂ। ਕੋਈ ਗਰੀਬ ਹੋਵੇ ਅਮੀਰ ਹੋਵੇ, ਜਿਹੜਾ ਅੰਮ੍ਰਿਤਸਰ ਰਹਿੰਦਾ ਸਾਰਿਆਂ ਦੇ ਘਰ 'ਚ ਮਠਿਆਈ ਪਹੁੰਚੀ ਜੀ। ਹਾਂਜੀ। ਇਮ ਮੰਗਲ ਆਓ ਕੁਲ ਰੀਤ ਜਿਤੀ। ਹਰ ਖਾਏ ਕਰੀ ਤਬ ਗੰਗ ਤਿਤੀ। ਗੱਜ ਕੇ ਆਖੋ। ਇਸ ਤਰੀਕੇ ਦੇ ਨਾਲ ਬਹੁਤੀਆਂ ਹੀ ਖੁਸ਼ੀਆਂ ਮਨਾਈਆਂ। ਮਾਤਾ ਜੀ ਨੇ ਬਹੁਤੀ ਖੁਸ਼ੀ ਮਨਾਈ ਜੀ।
ਹਾਂਜੀ। ਜਸ ਫੈਲਤ ਭਾਤ ਇਸ ਦੇਸ਼ ਮਹਾ। ਉਸ ਇਲਾਕੇ ਵਿੱਚ ਦੇਸ਼ ਵਿੱਚ ਬੜਾ ਵੱਡਾ ਜਸ ਫੈਲ ਗਿਆ, ਤਾਰੀਫਾਂ ਹੋਣ ਲੱਗ ਗਈਆਂ। ਲੈ ਧਨ ਉਚਰੰਤ ਜਹਾਂ ਸੋ ਕਹਾਂ। ਤੇ ਸਾਰੇ ਪਤਾ ਕੀ ਕਹਿੰਦੇ, ਧਨ ਲੈ ਉਚਰੰਤ ਜਹਾਂ ਸੋ ਕਹਾਂ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਰੇ ਇਹ ਬਚਨ ਕਹਿੰਦੇ ਆ ਵੀ ਮਹਾਰਾਜ ਨੇ ਕਿਵੇਂ ਸਿੱਖਾਂ ਦੀ ਬੇਨਤੀ ਪ੍ਰਵਾਨ ਕੀਤੀ, ਰਿਸ਼ਤੇ ਲਏ ਆ। ਇੰਨੇ ਵੱਡੇ ਸਤਿਗੁਰੂ ਤੇ ਗੁਰਸਿੱਖਾਂ ਦੇ ਰਿਸ਼ਤੇ ਲਏ ਆ। ਸਿੱਖ ਧੰਨ ਧੰਨ ਮਹਾਰਾਜ ਨੂੰ ਕਹਿੰਦੇ ਆ। ਹਾਂਜੀ। ਪੁੰਨ ਸ਼੍ਰੀ ਗੁਰੂ ਸੌਜ ਮਗਾਵਤ ਹੈ। ਹੁਣ ਸੁਣੋ, ਉਧਰ ਬਾਬਾ ਨਰਾਇਣ ਦਾਸ ਜੀ ਤਿਆਰੀ ਕਰਾ ਰਹੇ ਆ ਵਿਆਹ ਦੀ, ਇਧਰ ਗੁਰੂ ਸਾਹਿਬ ਵੀ ਤਿਆਰੀ ਕਰਾ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਮਹਾਰਾਜ ਜੀ ਵਿਆਹ ਦਾ ਸਮਾਨ ਮੰਗਵਾ ਰਹੇ ਆ ਸੱਚੇ ਪਾਤਸ਼ਾਹ। ਹਾਂਜੀ। ਹਿਤ ਵਿਆਹ ਆਵਾਸ ਰਖਾਵਤ ਹੈ। ਇੱਕ ਕਮਰਾ ਘਰ ਵਿੱਚ ਵੱਖਰਾ ਰੱਖਿਆ ਜਿਹਦੇ ਵਿੱਚ ਵਿਆਹ ਦੀਆਂ ਵਸਤੂਆਂ ਰੱਖਣੀਆਂ ਸੀਗੀਆਂ ਜੀ। ਹਾਂਜੀ। ਬਹੁ ਗ੍ਰਾਮਨ ਤੇ ਕ੍ਰਿਤ ਲੇਤ ਪਏ। ਕਈ ਪਿੰਡਾਂ ਵਿੱਚੋਂ ਦੇਸੀ ਘਿਓ ਲਿਆ ਜੀ ਫਿਰ ਜੀ, ਕਿਉਂ ਸੰਗਤ ਬਹੁਤ ਆਉਣੀ ਜੀ। ਮਠਿਆਈਆਂ ਬਣਦੀਆਂ ਤੇ ਸਾਰੀਆਂ ਦੇਸੀ ਘਿਓ 'ਚ ਹੀ ਬਣਦੀਆਂ ਜੀ। ਹਾਂਜੀ। ਡਾਲਡਾ ਤੇ ਉਦੋਂ ਵਰਤਦੇ ਹੀ ਨਹੀਂ ਹੋਣਗੇ ਜੀ। ਦੇਸੀ ਘਿਓ ਇਕੱਠਾ ਕਰਾਇਆ ਜੀ। ਦੇਸੀ ਘਿਓ ਇੱਕ ਐਸੀ ਵਸਤੂ ਹੈ, ਇਹਦੇ ਵਿੱਚ ਪਾਣੀ ਨਾ ਪਵੇ ਤੇ ਸਾਲ ਸਾਲ ਖਰਾਬ ਨਹੀਂ ਹੁੰਦਾ ਜੀ ਇਹ ਜੀ। ਹਾਂਜੀ। ਪਾਣੀ ਦੀ ਛਿੱਟ ਨਹੀਂ ਪੈਣੀ ਚਾਹੀਦੀ, ਕਈ ਸਾਲ ਖਰਾਬ ਨਹੀਂ ਹੁੰਦਾ ਜੀ ਇਹ ਜੀ। ਦੇਸੀ ਘਿਓ ਇਕੱਠਾ ਕਰਵਾ ਕੇ ਮਹਾਰਾਜ ਨੇ ਰਖਵਾਇਆ ਜੀ। ਫਿਰ ਪੜਿਓ ਬਹੁ ਗ੍ਰਾਮਨ ਤੇ ਘ੍ਰਿਤ ਲੇਤ ਪਏ। ਘ੍ਰਿਤ ਕਹਿੰਦੇ ਘਿਓ ਨੂੰ, ਮੁੱਲ ਘਿਓ ਲਿਆ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ। ਧਨ ਪਾਸ ਮਸੰਦਨ ਕੇ ਸੋਦਏ। ਜਿਹੜਾ ਮਸੰਦਾਂ ਦੇ ਕੋਲ ਧਨ ਸੀ ਉਹ ਮਹਾਰਾਜ ਦਿੰਦੇ ਸਨ ਵੀ ਜਾਓ ਖੁੱਲਾ ਘਿਓ ਲੈ ਕੇ ਆਓ, ਗੁਰੂ ਦੀਆਂ ਸੰਗਤਾਂ ਨੂੰ ਮਠਿਆਈਆਂ ਛਕਾਉਣੀਆਂ। ਹਾਂਜੀ। ਪੁਰ ਭੂਰਨ ਮੈਂ ਧਨ ਭੇਜ ਦਿਓ। ਹਾਂਜੀ। ਮਿਸ਼ਟਾਨ ਮਹਾਨ ਮੰਗਾਏ ਲਿਓ। ਸਾਰੇ ਨਗਰਾਂ ਵਿੱਚ ਮਹਾਰਾਜ ਨੇ ਮਾਇਆ ਭੇਜ ਦਿੱਤੀ ਜੀ ਸਿੱਖਾਂ ਨੂੰ, ਮੁਖੀ ਸਿੱਖਾਂ ਨੂੰ ਵੀ ਭਾਈ ਖੰਡ ਮਿੱਠਾ ਜਿਹੜਾ ਉਹ ਖਰੀਦ ਕੇ ਰੱਖ ਲਓ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦਿਨਾਂ 'ਚ ਇੱਕਦਮ ਮੌਕੇ ਤੇ ਤਿਆਰ ਨਹੀਂ ਨਾ ਜੀ ਮਿਲਦਾ ਜੀ, ਵੀ ਮੌਕੇ ਤੇ ਪਹਿਲਾਂ ਤਿਆਰੀ ਕਰਨੀ ਪੈਂਦੀ ਸੀ। ਸੋ ਮਿੱਠਾ ਵੀ ਮਹਾਰਾਜ ਨੇ ਮੰਗਵਾਉਣ ਵਾਸਤੇ ਪੈਸੇ ਭੇਜੇ ਜੀ, ਧਨ ਭੇਜਿਆ। ਵੱਡ ਬਾਸਨ ਲੈ ਕਰ ਪੂਰ ਧਰੇ। ਤੇ ਵੱਡ ਬਾਸਨ ਲੈ ਕਰ ਪੂਰ ਧਰੇ। ਗੱਜ ਕੇ ਆਖੋ ਵਾਹਿਗੁਰੂ। ਤੇ ਵੱਡੇ ਵੱਡੇ ਪਤੀਲੇ ਫਿਰ ਦੇਸੀ ਘਿਓ ਦੇ ਭਰਨੇ ਸ਼ੁਰੂ ਕੀਤੇ ਜੀ, ਮਿੱਠੇ ਦੇ ਭਰਨੇ ਸ਼ੁਰੂ ਕੀਤੇ ਵੱਡੇ ਵੱਡੇ ਪਤੀਲੇ ਜੀ। ਹਾਂਜੀ। ਗਨ ਮੇਵਨ ਕੀ ਸੋ ਖਰੀਦ ਕਰੇ। ਮੇਵੇ ਵੀ ਖਰੀਦੇ ਜੀ, ਡਰਾਈ ਫਰੂਟ ਵੀ ਖਰੀਦਿਆ, ਕਿਉਂ ਮਾਘ ਦੇ ਮਹੀਨੇ 'ਚ ਵਿਆਹ ਹੋਣਾ ਨਾ ਤੇ ਠੰਡ ਹੁੰਦੀ ਹੈ, ਇਸ ਕਰਕੇ ਡਰਾਈ ਫਰੂਟ ਵੀ ਖਰੀਦਿਆ ਮਹਾਰਾਜ ਨੇ ਜੀ। ਹਾਂਜੀ। ਪਸ਼ਮੰਬਰ ਕੇਤਕ ਮੋਲ ਲਈਏ। ਤੇ ਕੱਪੜੇ ਬੜੇ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਲੈਣੇ ਆ। ਤੇ ਸੰਗਤ ਜੀ ਇਹ ਨਹੀਂ ਆਪਣੇ ਪਾਉਣ ਨੂੰ, ਸੰਗਤਾਂ ਨੂੰ ਵੰਡਣ ਵਾਸਤੇ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਗੁਰੂ ਅਰਜਨ ਦੇਵ ਜੀ ਦਾ ਆਪਣਾ ਵਿਆਹ ਹੋਇਆ ਨਾ ਤੇ ਜਿੰਨੇ ਮੰਗਣ ਵਾਲੇ ਹੀ ਮਹਾਰਾਜ ਸਾਰਿਆਂ ਨੂੰ ਹੀ ਨਾਲ ਲੈ ਕੇ ਗਏ ਜੀ। ਮਹਾਰਾਜ ਦੇ ਬਰਾਤੀ ਹੋ ਗਏ ਹੀ ਸਾਰੇ ਜੀ। ਸੰਗਤਾਂ ਨੂੰ ਦੇਣ ਵਾਸਤੇ ਬੜੇ ਬੜੇ ਵਧੀਆ ਪਸ਼ਮੀਨੇ ਦੇ ਕੱਪੜੇ ਮਹਾਰਾਜ ਨੇ ਮੰਗਵਾਏ ਜੀ। ਹਾਂਜੀ। ਬਹੁ ਸੂਖਮ ਅੰਬਰ ਬ੍ਰਿੰਦ ਕੀਏ। ਬੜੇ ਸੂਖਮ ਤੇ ਨਰਮ ਕੱਪੜੇ, ਢੇਰਾਂ ਦੇ ਢੇਰ, ਥਾਨਾਂ ਦੇ ਥਾਨ ਮਹਾਰਾਜ ਨੇ ਮੰਗਵਾਏ ਜੀ। ਹਾਂਜੀ। ਗਨ ਜਾਤ ਪਟੰਬਰ ਲੀਨ ਪਏ। ਕਈ ਤਰ੍ਹਾਂ ਦੇ ਕੱਪੜੇ ਜੀ, ਜਰੀ ਵਾਲੇ, ਰੇਸ਼ਮ, ਪਸ਼ਮੀਨੇ ਦੇ, ਢੇਰਾਂ ਦੇ ਢੇਰ, ਥਾਨਾਂ ਦੇ ਥਾਨ ਕੱਪੜੇ ਮਹਾਰਾਜ ਜੀ ਨੇ ਮੰਗਵਾਏ। ਜਿਨ ਲਾਗ ਜ਼ਰੀ ਬਹੁ ਭਾਵ ਮਿਲੇ। ਬੜੇ ਮਹਿੰਗੇ ਕੱਪੜੇ ਜੀ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਤੇ ਫਿਰ ਮਹਿੰਗੇ ਆਪਣੇ ਲਈ ਲੈਨੇ ਆ ਜੀ, ਮਹਾਰਾਜ ਨੇ ਸੰਗਤਾਂ ਨੂੰ ਵੰਡਣ ਵਾਸਤੇ ਲਏ ਜੀ ਮਹਿੰਗੇ ਕੱਪੜੇ ਜੀ। ਹਾਂਜੀ। ਸਿੱਖ ਸੰਗਤ ਔਰ ਮਸੰਦਨ ਕੋ। ਹਾਂਜੀ। ਪੁਰ ਪੈਂਚ ਅਨੇਕ ਬਿਲੰਦਨ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖ ਸੰਗਤਾਂ, ਮਸੰਦ, ਨਗਰਾਂ ਦੇ ਮੁਖੀ ਸਾਰਿਆਂ ਨੂੰ ਹੀ ਸੱਦਾ ਦੇ ਦਿਓ ਵਿਆਹ ਦਾ ਕਹਿਣ ਲੱਗੇ। ਹਾਂਜੀ। ਜਿਨ ਦੇਨ ਬਨੈ ਹਿਤ ਮਾਨ ਕਨੇ। ਹਾਂਜੀ। ਸੋ ਖਰੀਦ ਕਰੇ ਤਿਨ ਕੌਣ ਗਿਨੇ। ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਜਿਹੜਾ ਜੋ ਜੋ ਮੰਗਦਾ ਉਹਨੂੰ ਦਿਓ,
ਆਖੋ ਵਿਆਹ ਦੀ ਤਿਆਰੀ ਕਰੇ। ਇੰਨੀਆਂ ਜ਼ਿਆਦੀਆਂ ਖੁਸ਼ੀਆਂ ਕੀਤੀਆਂ ਗਈਆਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਮੈਂ 1 ਮਿੰਟ ਲਈ ਬੇਨਤੀ ਕਰਾਂਗਾ, ਕਿਉਂ ਅੱਗੋਂ ਚਾਲ ਬਦਲ ਜਾਣੀ ਹੈ ਕਥਾ ਦੀ। ਅਸੀਂ ਲੋਕ ਵੀ ਵਿਆਹਾਂ 'ਚ ਖਰਚੇ ਕਰਦੇ ਹਾਂ, ਪਰ ਸਾਡੇ ਖਰਚੇ ਵੱਖਰੇ ਹੁੰਦੇ ਆ। 1.5 ਲੱਖ ਤੇ ਪੈਲਸ ਦਾ ਪੱਕਾ ਹੈ ਜੀ। ਹਾਂਜੀ, ਤੇ ਖਾਣਾ ਤਰ੍ਹਾਂ ਤਰ੍ਹਾਂ ਦਾ ਜੀ, ਤੇ ਲਗਭਗ ਜਿਹੜਾ ਉਹਦੇ ਵਿੱਚ ਖਾਣਾ ਹੁੰਦਾ ਜੀ ਬਹੁਤਾ ਬਿਮਾਰ ਕਰਨ ਵਾਲਾ ਹੁੰਦਾ ਜੀ। ਤੇ ਫਿਰ ਨੱਚਣ ਵਾਲੀ ਦੀ ਤੇ ਮਹਿਮਾ ਹੀ ਜਿਹੜੀ ਆ ਉਹ ਬੜੀ ਹੁੰਦੀ ਜੀ। ਹਾਂਜੀ, ਗਾਉਣ ਵਾਲੇ ਨੱਚਣ ਵਾਲੇ ਸੱਦੇ ਹੁੰਦੇ ਆ। ਤੇ ਵਿਆਹ ਦੇ ਵਿੱਚ ਪੂਰਾ ਕਲਯੁਗ ਵਰਤਦਾ ਹੈ ਜੀ। ਸਤਿਗੁਰਾਂ ਨੇ ਖੂਬ ਖਰਚਾ ਕੀਤਾ, ਦੇਸੀ ਘਿਓ ਮੰਗਵਾਇਆ, ਮਿੱਠਾ ਮੰਗਵਾਇਆ, ਬਸਤਰ ਮੰਗਵਾਏ, ਆਪਣੇ ਲਈ ਨਹੀਂ ਸੰਗਤਾਂ ਵਾਸਤੇ ਸਾਰਾ ਕੁਛ ਜੀ। ਮਹਾਰਾਜ ਨੇ ਕੱਲ ਤੁਸੀਂ ਕਥਾ ਸੁਣੀ, ਗੁਰੂ ਅਰਜਨ ਸਾਹਿਬ ਕਹਿੰਦੇ ਸਾਡੀ ਤੇ ਹੈ ਹੀ ਸਾਰੇ ਕੁਝ ਸੰਗਤ ਹੈ। ਕਹਿਣਗੇ ਸਾਡਾ ਤੇ ਮੇਲ ਹੀ ਸੰਗਤ ਨਾਲ ਹੈ, ਸਾਡਾ ਤੇ ਮੇਲ ਹੀ ਸਿੱਖਾਂ ਦੇ ਨਾਲ ਹੈ। ਤੇ ਚੇਤਾ ਰੱਖਿਓ, ਆਮ ਰਿਸ਼ਤੇਦਾਰੀ ਦੇ ਨਾਲੋਂ ਸੰਗਤ ਦਾ ਪਿਆਰ ਜਿਹੜਾ ਉਹ ਜ਼ਿਆਦਾ ਵਧੀਆ ਹੁੰਦਾ ਤੇ ਜ਼ਿਆਦਾ ਨਿਭਦਾ ਜੀ। ਹਾਂਜੀ, ਕਿਉਂ ਆਮ ਰਿਸ਼ਤੇਦਾਰੀ 'ਚ ਕੀ ਹੈ ਜੀ, ਤੁਸੀਂ ਨਹੀਂ ਗਏ ਉਹਨਾਂ ਰੁੱਸ ਜਾਣਾ ਜੀ। ਆਮ ਰਿਸ਼ਤੇਦਾਰੀ ਲੈਣ ਦੇਣ ਤੇ ਖਲੋਤੀ ਹੈ, ਸੰਗਤ ਦਾ ਜਿਹੜਾ ਰਿਸ਼ਤਾ ਉਹ ਪਿਆਰ ਦੇ ਉੱਤੇ ਖਲੋਤਾ ਹੈ, ਲੈਣ ਦੇਣ ਤੇ ਨਹੀਂ ਖਲੋਤਾ ਜੀ। ਸੋ ਮਹਾਰਾਜ ਨੇ ਖੂਬ ਆਖਿਆ ਵੀ ਭਾਈ ਜਿਹਨੂੰ ਜਿਹੜੀ ਲੋੜ ਹੈ ਉਹ ਲਵੇ। ਬੜੇ ਉਤਸਵ ਕੀਤੇ ਗਏ ਜੀ। ਹਾਂਜੀ, ਦੋਹਰਾ ਸਾਹਾ ਜਾਨ ਸਮੀਪ ਕੋ ਸਭ ਤਿਆਰੀ ਕਰ ਲੀਨ। ਕਰਦਿਆਂ ਕਰਦਿਆਂ ਮਾਘ ਸੁਦੀ ਦਸਵੀਂ ਨੇੜੇ ਆ ਰਹੀ ਹੈ, ਤਿਆਰੀ ਹੋ ਰਹੀ ਹੈ ਜੀ। ਕਿੰਨੀ ਤਰੀਕ ਦਾ ਵਿਆਹ ਹੋਣਾ ਜੀ? ਹਾਂਜੀ, 10 ਮਾਘ ਦਾ ਜੀ, ਸੁਦੀ ਦੇ ਹਿਸਾਬ ਨਾਲ ਜੀ। ਹਾਂਜੀ, ਅੰਨ ਅਧਿਕ ਸੰਚੈ ਕਰਿਓ ਜਹ ਕਹਿ ਧਨ ਗਨ ਦੀਨ। ਬੜਾ ਅਨਾਜ ਸੱਚੇ ਪਾਤਸ਼ਾਹ ਜੀ ਨੇ ਇਕੱਠਾ ਕਰਵਾ ਲਿਆ। ਖੂਬ ਮਾਇਆ ਵੀ ਸਿੱਖਾਂ ਨੇ ਭੇਟਾ ਕੀਤੀ ਜੀ। ਹਾਂਜੀ, ਹਿਰਦੇ ਆਨੰਦ ਬਿਲੰਦ ਤੇ ਗੰਗਾ ਧਾਰ ਉਮੰਗ। ਮਾਤਾ ਗੰਗਾ ਜੀ ਵੀ ਬਹੁਤੇ ਹੀ ਚਾਅ ਦੇ ਨਾਲ ਸਾਰੇ ਕਾਰਜ ਕਰ ਰਹੇ ਨੇ। ਹਾਂਜੀ, ਪ੍ਰਥਮ ਵਿਆਹ ਲਖ ਚੌਂਪ ਚਿਤ ਕਰਤ ਅਧਿਕ ਗਨ ਗੰਗ। ਮਾਤਾ ਜੀ ਫਿਰ ਮਾਤਾ ਜੀ ਨੂੰ ਪਤਾ ਨਾ ਪਹਿਲਾ ਵਿਆਹ ਹੈ, ਤੇ ਤੁਹਾਨੂੰ ਪਤਾ ਫਿਰ ਕੁੱਲ 'ਚ ਪਹਿਲਾ ਵਿਆਹ ਹੋਵੇ ਉਹਦਾ ਚਾਅ ਹੁੰਦਾ, ਪੀੜੀ 'ਚ ਪਹਿਲਾ ਵਿਆਹ ਹੋਵੇ ਜੀ। ਹਾਂਜੀ, ਜਾਏ ਨਾਰਾਇਣ ਦਾਸ ਘਰ ਜਥਾ ਸ਼ਕਤ ਕੋ ਧਾਰ। ਸਰਬ ਵਸਤ ਸੰਚੈ ਕਰੀ ਹੈ ਜੋ ਅਨੇਕ ਪ੍ਰਕਾਰ। ਮਾਤਾ ਜੀ ਦੀ ਇੱਛਾ ਸੀ ਵੀ ਨਾਰਾਇਣ ਦਾਸ ਜੀ ਨੂੰ ਖੇਚਲ ਨਹੀਂ ਦੇਣੀ ਜੀ, ਕਿਉਂ ਇੱਥੇ ਤੇ ਬਰਾਤ ਦਾ ਹਿਸਾਬ ਹੀ ਨਹੀਂ ਨਾ ਜੀ ਹੋਣਾ ਜੀ। ਬੰਦਿਆਂ ਦੀ ਗਿਣਤੀ ਥੋੜੀ ਹੋਣੀ ਜੀ ਵੀ ਕਿੰਨੀ ਕੁ ਸੰਗਤ ਜਾਣੀ ਬਰਾਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। 100-200 ਬੰਦੇ ਵਾਲੀ ਤੇ ਗੱਲ ਹੀ ਨਹੀਂ ਹੈਗੀ ਜੀ, ਇੱਥੇ ਤੇ ਹਜ਼ਾਰਾਂ ਦੀ ਗੱਲ ਕਰੋ ਜੀ। ਤੇ ਮਾਤਾ ਜੀ ਚਾਹੁੰਦੇ ਸੀ ਵੀ ਸਾਰੇ ਪ੍ਰਬੰਧ ਇੱਥੋਂ ਹੀ ਕਰਕੇ ਤੁਰੀਏ, ਨਾਰਾਇਣ ਦਾਸ ਜੀ ਨੂੰ ਖੇਚਲ ਨਾ ਹੋਵੇ। ਹਾਂਜੀ, ਹਿਤ ਦਾਜਨ ਕੇ ਦੇਨ ਕੋ ਕਰਨ ਸਮੂਹ ਆਹਾਰ। ਉਧਰ ਉਹ ਬਾਬਾ ਨਾਰਾਇਣ ਦਾਸ ਜੀ ਵੀ ਬੜਾ ਕੁਝ ਇਕੱਠਾ ਕਰੀ ਬੈਠੇ ਆ ਜੀ ਦੇਣ ਵਾਸਤੇ। ਹਾਂਜੀ, ਅੰਨ ਬਸਨ ਭੂਖਨ ਭਲੇ ਕੀਨਸ ਸਗਲੇ ਤਿਆਰ। ਅੰਨ ਬਸਤਰ ਗਹਿਣੇ ਬਾਬਾ ਨਾਰਾਇਣ ਦਾਸ ਜੀ ਤੇ ਉਹਨਾਂ ਦਾ ਪਰਿਵਾਰ ਭਾਈ ਪਾਰੋ ਜੀ ਦੀ ਕੁੱਲ ਬੜੇ ਪ੍ਰੇਮ ਨਾਲ ਤਿਆਰ ਕਰੀ ਬੈਠੇ ਨੇ ਜੀ। ਇੱਧਰ ਤੇ ਖੁਸ਼ੀਆਂ ਜੀ। ਹੁਣ ਦੂਜੇ ਪਾਸੇ ਦੀ ਕਥਾ ਸੁਣ ਲਓ। ਹਾਂਜੀ, ਦੋਹਰਾ ਦਿਜ ਨਾਈ ਸ਼ੂਸ਼ੇ ਹਟੇ ਤਿਨ ਕੋ ਸੁਨੋ ਬਿਰਤੰਤ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਉਹ ਬ੍ਰਾਹਮਣ ਤੇ ਨਾਈ ਖਾਲੀ ਹੱਥ ਗਏ ਸਨ, ਉਹਨਾਂ ਦੀ ਕਥਾ ਸੁਣੋ। ਮਹਾ ਦੁਖਤ ਗਮਨਤ ਭਏ ਹਿਰਦੇ ਅਧਿਕ ਪਛਤੰਤ। ਉਹ ਬੜੇ ਦੁਖੀ ਹੋਏ ਜੀ, ਹਿਰਦੇ 'ਚ ਬਹੁਤ ਪਛਤਾਏ ਜੀ, ਦੁਖੀ ਹੋਏ ਦਿੱਲੀ ਨੂੰ ਵਾਪਸ ਗਏ ਜੀ। ਹਾਂਜੀ, ਚੌਪਈ ਸਨੈ ਸਨੈ ਦਿੱਲੀ ਪੁਰ ਗਏ। ਸਹਿਜੇ ਸਹਿਜੇ ਉਹ ਦੋਵੇਂ ਦਿੱਲੀ ਪਹੁੰਚ ਗਏ ਜੀ। ਹਾਂਜੀ, ਮਗ ਮੈਂ ਕਿਨਹੂ ਲੂਟ ਜਨ ਲਏ। ਬਸ ਚਿਹਰੇ ਇਸ ਤਰ੍ਹਾਂ ਦੇ ਹੀ ਜਿਵੇਂ ਰਸਤੇ 'ਚ ਕਿਸੇ ਨੇ ਲੁੱਟ ਲਿਆ ਹੋਵੇ ਜੀ। ਤੇ ਬੰਦਾ ਉਦਾਸ ਨਹੀਂ ਹੋ ਜਾਂਦਾ।
ਉਹੋ ਜਿਹੇ ਚਿਹਰੇ ਇਹਨਾਂ ਦੇ ਬਣੇ ਹੋਏ ਹਨ। ਘਰ ਖੱਤਰੀ ਕੇ ਪਹੁੰਚੇ ਜਾਏ, ਦੁਸ਼ਟ ਚੰਦੂ ਖੱਤਰੀ ਦੇ ਘਰ ਵਿੱਚ ਪਹੁੰਚੇ ਜੀ ਜਾ ਕੇ। ਜਹਾਂ ਮੂੜ ਬੈਠਿਓ ਗਰਬਾਏ। ਭਾਈ ਸੰਤੋਖ ਸਿੰਘ ਜੀ ਲਿਖਦੇ, ਜਿੱਥੇ ਮੂਰਖ ਹੰਕਾਰ ਧਾਰ ਕੇ ਬੈਠਾ ਹੋਇਆ ਫੁੱਲ ਕੇ ਆਕੜ ਕੇ, ਉੱਥੇ ਪਹੁੰਚ ਗਏ ਜੀ। ਹਾਂਜੀ, ਗਿਮਲ ਗਲੀਚੇ ਫਰਸ਼ ਬਿਸਾਲਾ। ਹੁਣ ਵੇਖ ਲਓ, ਇਹਨਾਂ ਦੀ ਗੱਲ ਸੁਣਦੇ ਹੀ ਅੰਦਰ ਦਾ ਉਤਸ਼ਾਹ ਉੱਡਣ ਲੱਗ ਪਿਆ ਜੀ। ਦੂਜੇ ਬੰਦੇ ਗੱਲ ਸੁਣਦੇ ਹੀ ਚਾਅ ਚੜ ਜਾਂਦੇ ਜੀ। ਬੜੀ ਵਿਛਾਈ ਕੀਤੀ ਹੈ, ਬੜੇ ਨਰਮ ਨਰਮ ਵਿਛਾਉਣੇ ਆ, ਤੇ ਚੰਦੂ ਬੈਠਾ ਹੈ। ਬੈਠਕ ਮੈਂ ਬੈਠਿਓ ਖੁਸ਼ਹਾਲਾ। ਤੇ ਆਪਣੀ ਬੈਠਕ 'ਚ ਬੈਠਾ, ਇਹਨੂੰ ਤੇ ਇਹ ਸੀਗਾ ਵੀ ਸਗਨ ਲਾ ਆਏ ਹੋਣਗੇ, ਰੋਕਾ ਕਰ ਆਏ ਹੋਣਗੇ। ਹਾਂਜੀ, ਵੱਡ ਉਪਧਾਨ ਧਰਿਓ ਜਿਹ ਪਾਛੇ। ਵੱਡਾ ਸਰਾਣਾ ਇਹਦੇ ਪਿੱਛੇ ਲਾਇਆ ਜੀ ਅਗਲਿਆਂ ਨੇ। ਹਾਂਜੀ, ਸਗਰੇ ਸੇਤ ਬਸਤਰਨ ਤਨ ਕਾਛੇ। ਐ ਚਿੱਟੇ ਚਿੱਟੇ ਕੱਪੜੇ ਵਿਛਾਏ, ਚੰਦੂ ਦੀ ਸਭਾ ਲੱਗੀ ਹੈ, ਤੇ ਇਹ ਸੰਗਤ ਜੀ ਪਹੁੰਚੇ ਉੱਥੇ ਜੀ। ਹਾਂਜੀ, ਬੈਠੇ ਲਿਖਨਹਾਰ ਢਿੱਗ ਬ੍ਰਿੰਦ। ਬੜੇ ਲਖਾਰੀ ਮੁਨੀਮ ਚੰਦੂ ਦੇ ਲਾਗੇ ਬੈਠੇ ਹੋਏ ਨੇ ਜੀ। ਕਿਤਕ ਖੁਸ਼ਾਮਦ ਕਰਤ ਬਿਨੰਦ। ਕਈ ਲੋਕ ਖੁਸ਼ਾਮਦਾਂ ਕਰਨ ਦੇ ਆ, ਵਾਹ ਵਾਹ ਚੰਦੂ ਦੀ ਕਰ ਰਹੇ ਆ। ਹਾਂਜੀ, ਕਾਰਜ ਅਰਥੀ ਮਾਨਵ ਕੇਈ। ਅਸਲ ਵਿੱਚ ਲੋੜਵੰਦ ਲੋਕ ਆਏ ਜੀ ਇਹਦੇ ਕੋਲ ਜੀ। ਹਾਂਜੀ, ਜੋਰਤ ਹਾਥਨ ਜਾਂਚਤ ਸੇਈ। ਹੱਥ ਜੋੜ ਕੇ ਇਹਦੇ ਕੋਲੋਂ ਪੈਸੇ ਮੰਗਣ ਦੇ ਆ। ਹਾਂਜੀ, ਵੱਡੀ ਕਚਹਿਰੀ ਮੈਂ ਸੋ ਬੈਸਾ। ਵੱਡੀ ਕਚਹਿਰੀ ਦੇ ਵਿੱਚ ਦੁਸ਼ਟ ਚੰਦੂ ਬੈਠਾ ਸੀਗਾ ਜੀ। ਹਾਂਜੀ, ਉਤਰ ਦੇਤ ਜੋਗ ਜਿਸ ਜੈਸਾ। ਹਾਂਜੀ, ਵਿਪਰ ਅਸ਼ੀਰਬਾਦ ਕਹੋ ਜੀਵੋ। ਚਿਰੰਕਾਲ ਜਸ ਜੁਤ ਜਗ ਥੀਵੋ। ਬ੍ਰਾਹਮਣ ਨੇ ਜਾ ਕੇ ਅਸ਼ੀਰਵਾਦ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਚੰਦੂ ਨੇ ਵੇਖਿਆ ਵੀ ਕੋਈ ਚਿਹਰਾ ਇਹਦਾ ਖੁਸ਼ ਨਹੀਂ ਹੈਗਾ। ਪੁੱਛਦਾ ਵੀ ਕੀ ਗੱਲ, ਰੋਕ ਆਏ, ਰੋਕਾ ਲਾਏ? ਤੇ ਬ੍ਰਾਹਮਣ ਕਹਿਣ ਲੱਗਾ, ਜੀ ਉੱਥੇ ਤੇ ਗੱਲ ਹੀ ਹੋਰ ਹੋ ਗਈ ਹੈ। ਕਹਿੰਦਾ ਕਿਵੇਂ? ਕਹਿਣ ਲੱਗਾ, ਜੋ ਤੁਸੀਂ ਬੋਲਿਆ ਸੀ ਨਾ, ਕਿਸੇ ਸਿੱਖ ਨੇ ਸੁਣ ਲਿਆ ਸੀਗਾ, ਤੇ ਇਥੋਂ ਦਿੱਲੀ ਦੇ ਸਿੱਖਾਂ ਨੇ ਗੁਰੂ ਜੀ ਨੂੰ ਚਿੱਠੀ ਲਿਖ ਦਿੱਤੀ। ਕਹਿੰਦਾ ਮੈਂ ਪਹੁੰਚ ਗਿਆ ਸਾਂ, ਹਰਗੋਬਿੰਦ ਜੀ ਨੂੰ ਫੱਟੇ ਤੇ ਬਿਠਾਤਾ ਸੀ, ਫੱਟੀ ਤੇ ਚੰਦਨ ਦੀ ਚੌਂਕੀ ਤੇ ਬਿਠਾਤਾ ਸੀ। ਛੁਹਾਰਾ ਸਗਨ ਲੱਗਣ ਹੀ ਲੱਗਾ ਸੀਗਾ, ਐਨ ਮੌਕੇ ਤੇ ਇੱਕ ਸਿੱਖ ਚਿੱਠੀ ਲੈ ਕੇ ਪਹੁੰਚ ਗਿਆ। ਉੱਥੇ ਤੇ ਇੱਕ ਸਿੱਖ ਬੈਠਾ ਸੀ, ਉਹਨੂੰ ਪਤਾ ਨਹੀਂ, ਪਹਿਲਾਂ ਹੀ ਪਤਾ ਸੀ। ਉਹਨੇ ਕਿਹਾ, ਕੀ ਕੁੱਤਾ ਕੀ ਭੌਂਕਦਾ ਹੈ? ਤੁਹਾਨੂੰ ਆਖਿਆ। ਕਹਿੰਦੇ ਤੇ ਸਿੱਖਾਂ ਦਾ ਫੈਸਲਾ ਸੁਣ ਕੇ ਗੁਰੂ ਜੀ ਨੇ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਹੈ, ਤੇ ਕੋਈ ਰੋਕਾ ਨਹੀਂ ਜੇ ਲੱਗਾ, ਉਵੇਂ ਹੀ ਵਾਪਸ ਮੋੜ ਆਏ ਆ। ਹੁਣ ਇਹ ਇੱਜ਼ਤਦਾਰ ਆਪਣੇ ਆਪ ਨੂੰ ਸਮਝਦਾ ਸੀਗਾ ਜੀ, ਆਪਣੇ ਆਪ 'ਚ ਬੜਾ ਗਰਭ ਵਾਲਾ ਸੀ, ਹੰਕਾਰੀ ਸੀ। ਜਦੋਂ ਇਹਨੇ ਇਹ ਗੱਲ ਸੁਣੀ, ਇਹਨੂੰ ਤੇ ਅੱਗ ਲੱਗ ਗਈ। ਸਾਧ ਸੰਗਤ ਜੀ, ਬਹੁਤ ਜ਼ਿਆਦਾ ਦੁਖੀ ਹੋ ਗਿਆ। ਕਿਉਂ? ਭਾਣਾ ਮੰਨਣ ਵਾਲਾ ਬੰਦਾ ਸੁਣੇ, ਉਹਨੂੰ ਅਗਨੀ ਨਹੀਂ ਲੱਗਦੀ ਜੀ। ਹੰਕਾਰੀ ਬੰਦਾ ਆਪਣੇ ਵਿਰੁੱਧ ਗੱਲ ਸੁਣ ਲੇ, ਅੰਦਰ ਦੀ ਅੱਗ ਮੱਚ ਜਾਂਦੀ ਹੈ ਉਹਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਨੇ ਜਦੋਂ ਸੰਗਤ ਦੀ ਇਹ ਗੱਲ ਸਾਰੀ ਸੁਣੀ, ਕਹਿਣ ਲੱਗਾ, ਫਿਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਮੈਂ ਕੌਣ ਆ, ਵੀ ਬਾਦਸ਼ਾਹ ਨਾਲ ਮੇਰੀ ਸਿੱਧੀ ਗੱਲ ਹੈ, ਮੈਂ ਜੋ ਮਰਜ਼ੀ ਚਾਹਾਂ ਕਰਾ ਸਕਦਾ। ਕਹਿਣ ਲੱਗਾ, ਕੋਈ ਨਹੀਂ, ਇਹ ਗੱਲ ਤੂੰ ਪ੍ਰਗਟ ਨਾ ਕਰ, ਗੁਪਤ ਰੱਖ, ਤੇ ਆਪਾਂ ਯਤਨ ਕਰਨਾ ਵੀ ਰਿਸ਼ਤਾ ਉੱਥੇ ਹੀ ਹੋਵੇ। ਫਿਰ ਕੀ ਜੇ ਦੋ ਰਿਸ਼ਤੇ ਹੋ ਗਏ ਆ? ਬ੍ਰਾਹਮਣ ਨੇ ਸਾਰੀ ਗੱਲ ਦੱਸੀ ਨਾ। ਕਹਿੰਦਾ ਫਿਰ ਕੀ ਆ ਜੇ ਦੋ ਰਿਸ਼ਤੇ ਹੋ ਗਏ ਆ, ਤੀਜਾ ਵੀ ਹੋ ਜਾਏਗਾ ਮੇਰੀ ਧੀ ਦਾ, ਪਰ ਹੁਣ ਕਰਨਾ ਉੱਥੇ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਜਿੱਦ ਫੜ ਲਈ ਜੀ ਇਹਨੇ, ਜਿੱਦ ਫੜ ਲਈ। ਤੇ ਫਿਰ ਸਾਧ ਸੰਗਤ ਜੀ ਇਹ ਜੋ ਕਰਦਾ ਉਹ ਸੁਣੋ। ਜਾਂ ਤੇ ਤੂਰਨ ਅਬ ਚੱਲ ਜਾਵੋ। ਬ੍ਰਾਹਮਣ ਨੂੰ ਕਹਿਣ ਲੱਗਾ, ਛੇਤੀ ਜਾ, ਵਾਪਸ ਜਾ ਉੱਥੇ। ਹਾਂਜੀ, ਮੈਂ ਪੱਤਰੀ ਲਿਖ ਦੇਹੋਂ ਸੁਝਾਵੋ। ਮੈਂ ਆਪਣੇ ਵੱਲੋਂ ਚਿੱਠੀ ਲਿਖਦਾ, ਕਹਿਣ ਲੱਗਾ। ਮੋਹੇ ਦੀਵਾਨ ਸ਼ਾਹ ਕੋਹ ਜਾਨੋ। ਹਾਂਜੀ, ਭਲੀ ਬਾਤ ਨਾਤੋ ਅਬ ਮਾਨੋ। ਤੇ ਉਹਨੇ ਚਿੱਠੀ 'ਚ ਆਪਣੇ ਬਾਰੇ ਲਿਖਣਾ ਕਿ ਮੈਂ
ਬਾਦਸ਼ਾਹ ਦਾ ਖਾਸ ਬੰਦਾ ਹੈ, ਤੁਹਾਡਾ ਭਲਾ ਇਹਦੇ ਵਿੱਚ ਹੀ ਹੈ, ਰਿਸ਼ਤਾ ਮੰਨ ਲਓ। ਹਾਂਜੀ, ਇਮ ਡਰਾਏ ਕਰ ਦੀਜੋ ਪਾਤੀ। ਕਹਿਣ ਲੱਗਾ ਇਹ ਗੱਲ ਕਹੋ, ਡਰਾਓ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ। ਹਾਂਜੀ, ਜਿਸ ਤੇ ਧਰਕ ਉਠੈ ਤਿਸ ਛਾਤੀ। ਮੇਰਾ ਡਰ ਉਹਨਾਂ ਦੇ ਮਨ 'ਚ ਬਿਠਾਓ ਤਾਂ ਕਿ ਉਹ ਡਰ ਕੇ ਕੰਬ ਉੱਠਣ। ਗੱਜ ਕੇ ਆਖੋ ਵਾਹਿਗੁਰੂ। ਸ਼ਦਾਈ ਹੋ ਗਿਆ ਜੀ ਇਹ ਜੀ। ਹਾਂਜੀ, ਮੂਰਖ ਹੋ ਗਿਆ ਜੀ। ਐਡੇ ਵੱਡੇ ਸਤਿਗੁਰੂ, ਮਹਾਰਾਜ ਨੇ ਡਰਨਾ ਜੀ? ਮਹਾਰਾਜ ਤੇ ਉੱਥੇ ਬੈਠੇ ਹੀ ਫੁਰਨਾ ਬਣਾ ਦੇਣ, ਸੜ ਕੇ ਸਵਾਹ ਹੋ ਜਾਏ ਜੀ। ਕਹਿੰਦਾ ਡਰਾਓ ਉਹਨਾਂ ਨੂੰ। ਹਾਂਜੀ, ਮ੍ਰਿਦੁਲ ਕਠੋਰ ਕਹੋ ਬਿਦ ਦੋਈ। ਪਹਿਲਾਂ ਤੇ ਨਰਮ ਤਰੀਕੇ ਨਾਲ ਗੱਲ ਕਰਿਓ, ਜੇ ਨਾ ਮੰਨਣ ਫਿਰ ਕਠੋਰ ਤਰੀਕੇ ਨਾਲ ਗੱਲ ਕਰਿਓ। ਅਬ ਨਾਤੋ ਇਹ ਲਿਹੇ ਨਾ ਕੋਈ। ਕਿਉਂ ਹੁਣ ਮੇਰੀ ਧੀ ਦਾ ਰਿਸ਼ਤਾ ਨਹੀਂ ਆਉਣਾ? ਪਹਿਲੇ ਸਮੇਂ ਐਸੇ ਸੀ ਸੰਗਤ ਜੀ, ਇੱਕ ਵਾਰੀ ਰਿਸ਼ਤਾ ਛੁੱਟ ਜਾਂਦਾ, ਦੂਜੀ ਵਾਰੀ ਨਹੀਂ ਸੀ ਹੁੰਦਾ, ਖਾਸ ਕਰਕੇ ਧੀਆਂ ਦਾ। ਉਹ ਕਹਿਣ ਲੱਗਾ ਨਰਮ ਬੋਲੋ, ਕਠੋਰ ਬੋਲੋ, ਜਿਵੇਂ ਕਿ ਮੈਂ ਰਿਸ਼ਤਾ ਕਰਕੇ ਆਇਓ, ਮੇਰੀ ਧੀ ਦਾ ਰਿਸ਼ਤਾ ਨਹੀਂ ਹੋਣਾ। ਹਾਂਜੀ, ਜਾਂ ਤੇ ਤੁਮ ਢਿਗ ਪੁਨਹੁ ਪਠਾਵਾ। ਇਸ ਪ੍ਰਕਾਰ ਦੇ ਜਿਕੋ ਸਮਝਾਵਾ। ਪਾਤੀ ਲਿਖਣ ਲੱਗਿਓ ਪੁਨ ਚੰਦੂ। ਫਿਰ ਚਿੱਠੀ ਲਿਖਣ ਲੱਗਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ। ਹਾਂਜੀ, ਲਿਖ ਤੁਮ ਸ਼ਾਹ ਦੀਵਾਨ ਬਿਲੰਦੂ। ਲਿਖ ਤੁਮ ਸ਼ਾਹੋ ਦੀਵਾਨ ਬਿਲੰਦੂ। ਲਿਖਦਾ ਹੈ, ਕਹਿੰਦਾ ਹੈ ਜਹਾਂਗੀਰ ਬਾਦਸ਼ਾਹ ਦਾ ਖਾਸ ਦੀਵਾਨ ਹਾਂ, ਆਪਣੇ ਬਾਰੇ ਲਿਖਦਾ ਹੈ। ਹਾਂਜੀ, ਸ਼੍ਰੀ ਅਰਜਨ ਰਿਸ ਕੈਸੇ ਕਰੀ। ਗੁਰੂ ਅਰਜਨ ਦੇਵ ਜੀ ਗੁੱਸਾ ਕਾਹਦਾ ਰੱਖ ਕੇ ਬੈਠੇ ਤੇ? ਹਾਂਜੀ, ਸਹਿਜ ਸੁਭਾਇਕ ਮੈਂ ਜੋ ਉਚਰੀ। ਮੈਂ ਤੇ ਸਹਿਜ ਸੁਭਾਈ ਆਖਿਆ ਸੀ। ਹਾਂਜੀ, ਕਿਨਹੂ ਅਧਿਕ ਵਧਾਏ ਸੁਨਾਈ। ਕਿਸੇ ਨੇ ਵਧਾ ਕੇ ਤੁਹਾਨੂੰ ਦੱਸਿਆ। ਬੰਦਾ ਫਿਰ ਆਪਣੇ ਆਪ ਤੇ ਪੋਚਾ ਪਾਉਣ ਨੂੰ ਕਹਿੰਦਾ ਹੀ ਹੈ ਜੀ। ਹਾਂਜੀ, ਜਾਤ ਗੋਤ ਉਤਮ ਲਗੁਤਾਈ। ਤੇ ਜਾਤ ਗੋਤ ਇਹ ਤੇ ਛੋਟੀਆਂ ਮੋਟੀਆਂ ਗੱਲਾਂ ਨੇ। ਹਾਂਜੀ, ਕਿਆ ਹੋਏ ਗਇਓ ਜੋ ਮੈਂ ਕਹਿ ਦੀਨ। ਕਹਿਣ ਲੱਗਾ ਫਿਰ ਕੀ ਆ ਜੇ ਮੈਂ ਕਹਿ ਦਿੱਤਾ। ਹਾਂਜੀ, ਜਥਾ ਜੋਗ ਲਿਹੋ ਮਨ ਮੈਂ ਚੀਨ। ਤੁਸੀਂ ਇਹ ਗੱਲ ਮਨ 'ਚ ਸਮਝ ਲਓ। ਹਾਂਜੀ, ਕਹਾਂ ਪਇਓ ਜੇ ਅਪਰ ਸਗਾਈ। ਕਿ ਜੇ ਫਿਰ ਕੀ ਹੈ ਜੇ ਦੋ ਸਗਾਈਆਂ ਹੋਰ ਹੋ ਗਈਆਂ ਤੇ। ਹਾਂਜੀ, ਧਨੀ ਪੁਰਖ ਕੈ ਬਹੁ ਹੋਏ ਜਾਈ। ਅਮੀਰ ਬੰਦਿਆਂ ਦੇ ਕਈ ਵਿਆਹ ਹੋ ਜਾਂਦੇ ਆ। ਹਾਂਜੀ, ਜੇ ਹਮਰੋ ਸੰਬੰਧ ਤੁਮਾਰੇ। ਕਾਰਜ ਦਿਓ ਅਨੇਕ ਸੁਧਾਰੇ। ਹੰਕਾਰੀ ਹੈ ਨਾ ਚੰਦੂ। ਗੁਰੂ ਅਰਜਨ ਸਾਹਿਬ ਜੀ ਨੂੰ ਲਿਖਦਾ, ਕਹਿੰਦਾ ਰਿਸ਼ਤਾ ਮੰਨ ਲਓ, ਸਾਡਾ ਸੰਬੰਧ ਬਣ ਗਿਆ ਨਾ ਤੇ ਮੈਂ ਤੁਹਾਡੇ ਬੜੇ ਕੰਮ ਸਵਾਰ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ। ਕੌਣ ਹੈਗਾ ਜੀ ਇਹ ਮੂਰਖ? ਕੌਣ ਹੈਗਾ? ਗੱਜ ਕੇ ਆਖੋਗੇ। ਇਹ ਚੰਦੂ ਨੂੰ ਤੇ ਮੂਰਖ ਕਹਿਣ 'ਚ ਵੀ ਭਲਾ ਹੀ ਹੈਗਾ ਜੀ। ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੂੰ ਲਿਖ ਕੇ ਭੇਜਦਾ, ਕਹਿੰਦਾ ਮੈਂ ਤੁਹਾਡੇ ਕੰਮ ਸਵਾਰ ਦਿਆਂਗਾ। ਉਹਨਾਂ ਦਾ ਤੇ ਨਾਮ ਲੈਣ ਨਾ ਰੁਕੇ ਹੋਏ ਕੰਮ ਸਿੱਧੇ ਹੋ ਜਾਂਦੇ ਜੀ। ਹਾਂਜੀ, ਨਾਹੇ ਤਾਂ ਜੇਕਰ ਲਿਹੋ ਨਾ ਨਾਤਾ। ਤਉ ਮੇਰੋ ਬੈਰੀ ਬਖਿਆਤਾ। ਤੇ ਇਹ ਦੁਸ਼ਟ ਲਿਖਦਾ ਵੀ ਜੇ ਰਿਸ਼ਤਾ ਨਾ ਲਿਆ ਫਿਰ ਵੈਰ 'ਚ। ਹਾਂਜੀ, ਤੁਮਰੇ ਸਿੱਖਨ ਕੂਕਰ ਕਹਿਓ। ਤੁਹਾਡੇ ਸਿੱਖਾਂ ਨੇ ਕੁੱਤਾ ਆਖਿਆ। ਹਾਂਜੀ, ਸੋ ਸੁਨ ਮੈਂ ਹਿਰਦੈ ਦੁਖ ਧਰਿਓ। ਤੇ ਮੈਨੂੰ ਬੜਾ ਦੁੱਖ ਹੋਇਆ। ਤੇ ਪਹਿਲਾਂ ਹੀ ਬੋਲਣ ਲੱਗੇ ਤੂੰ ਧਿਆਨ ਰੱਖ ਫਿਰ। ਹਾਂਜੀ, ਕੂਕਰ ਹੋਏ ਲਗੋ ਤੁਮ ਗੈਲ। ਤਬ ਜਾਨੋ ਜਬ ਹੋਏ ਫਲ ਫੈਲ। ਦੁਸ਼ਟ ਕਹਿੰਦਾ ਕੁੱਤਾ ਬਣ ਕੇ ਮਗਰ ਪੈ ਜਾਵਾਂਗਾ। ਚਿੱਠੀ ਚਾਪੇ ਲਿਖਣ ਦਿਆ ਜੀ, ਉਦੋਂ ਪਤਾ ਲੱਗੇਗਾ। ਹਾਂਜੀ, ਅਬ ਲਓ ਰਸ ਹੈ ਹਮ ਤੁਮ ਮਾਹੇ। ਅਜੇ ਤੇ ਕਹਿੰਦਾ ਕੋਈ ਗੱਲ ਵਿਗੜੀ ਨਹੀਂ ਬਹੁਤੀ। ਹਾਂਜੀ, ਅਧਿਕ ਵਿਰੋਧ ਬੰਧਾਵੋ ਨਾਹੇ। ਇਸ ਕਰਕੇ ਵਿਰੋਧ ਨਾ ਵਧਾਵੋ। ਮੈਂ ਸੋ ਦ્વੈਸ਼ ਰਚੈ ਬਨ ਜੈਨ ਜਾਣੇ। ਸੋ ਆਸ਼ਾ ਜੀਵਨ ਕਿਮ ਠਾਨੇ। ਤੇ ਤੁਹਾਨੂੰ ਮੇਰੀ ਤਾਕਤ ਦਾ ਪਤਾ ਨਹੀਂ ਹੈ। ਮੇਰੀ ਤੇ ਬੋਲੀ ਬੋਲਣ ਲੱਗਿਆ ਮੈਂ ਡਰਦਾ ਹਾਂ ਜੀ। ਲਿਖ ਰਿਹਾ ਜੀ ਕਿ ਤੁਹਾਨੂੰ ਤਾਕਤ ਦਾ ਅੰਦਾਜ਼ਾ ਨਹੀਂ ਹੈ ਮੇਰੀ ਤਾਕਤ ਦਾ, ਤੇ ਮੇਰੇ ਨਾਲ ਵੈਰ ਨਾ ਪਾਓ ਜੀ। ਗੱਜ ਕੇ ਕਹੋ ਸ੍ਰੀ ਵਾਹਿਗੁਰੂ। ਹਾਂਜੀ, ਸ਼ਾਹੋ ਦੀਵਾਨ ਮਤਾਰਬਦ ਹੋਏ। ਸ਼ਾਹੋ ਦੀਵਾਨ ਮਰਾਤਬ ਮੋਹੇ। ਬਾਦਸ਼ਾਹ ਦਾ ਦੀਵਾਨ ਦਾ ਖਿਤਾਬ ਹੈ ਮੇਰੇ ਕੋਲ। ਕਹੋ ਬਾਕ ਮਾਨੈ ਤਿਮ ਹੋਏ। ਜੋ ਬਾਦਸ਼ਾਹ ਨੂੰ ਕਵਾਂ ਬਾਦਸ਼ਾਹ ਮੇਰੀ ਗੱਲ ਹੀ ਮੰਨੇਗਾ।
ਕਨਕਾ ਅਬੈ ਹੁਤਾਸਨ ਦਵੈਸ਼ ਸਮਝੋ ਕੀਜੈ ਨਹੀਂ ਵਿਸ਼ੇਸ਼। ਅਜੇ ਤੇ ਆਪਣੀ ਗੱਲ ਮੰਨੋ ਇੱਕ ਕਿਣਕੇ ਦੇ ਬਰਾਬਰ ਹੀ ਹੈ ਵੈਰ ਵਾਲੀ, ਤੇ ਇੱਥੇ ਹੀ ਛੱਡ ਦਈਏ। ਇਤਿਆਦਿਕ ਲਿਖ ਕੇ ਵਿੱਚ ਪਾਤੀ। ਇਸ ਤਰੀਕੇ ਨਾਲ ਮੂਰਖ ਨੇ ਚਿੱਠੀ ਲਿਖੀ ਹੈ ਜੀ। ਲਿਖ ਅਨੀਤ ਸੋ ਸੁਲਗਤ ਛਾਤੀ। ਮਤਲਬ ਚਿੱਠੀ ਕਾਹਦੀ ਲਿਖੀ, ਆਪਣਾ ਰੋਬ ਹੀ ਜਮਾਇਆ ਜੀ ਚਿੱਠੀ 'ਚ ਵੀ। ਤੁਸੀਂ ਸੁਣੀ ਲਈ ਜੀ ਗੱਲ, ਆਪਣਾ ਹੀ ਰੋਬ ਜਮਾਇਆ ਜੀ, ਕੋਈ ਬੇਨਤੀ ਨਹੀਂ ਕੀਤੀ ਮਹਾਰਾਜ ਨੂੰ। ਏਕ ਨਿਸਾ ਦਿੱਲੀ ਦਿਜ ਰਹਿਓ। ਕਈ ਬੰਦਿਆਂ ਦੀ ਹਿਸਾਬ ਹੁੰਦਾ, ਨਾਲੇ ਗਲਤੀ ਕਰਦੇ ਆ ਨਾਲੇ ਪੈਰ ਉੱਤੇ ਰੱਖਦੇ ਆ, ਗੱਜ ਕੇ ਆਖੋ ਵਾਹ। ਮੰਨਦੇ ਨਹੀਂ ਆ, ਦੂਜੇ ਨੂੰ ਕਹਿਣਗੇ ਤੂੰ ਗਲਤ ਹੈ ਕਹਿਣ ਜੀ। ਹਾਂਜੀ, ਇਹ ਦੁਸ਼ਟ ਪਹਿਲਾਂ ਆਪ ਗਲਤੀ ਕੀਤੀ ਆ, ਗੁਰੂ ਸਾਹਿਬ ਨੂੰ ਹੀ ਗਲਤ ਆਖੀ ਜਾਂਦਾ ਵੀ ਮੇਰੇ ਨਾਲ ਵੈਰ ਨਾ ਕਰੋ। ਏਕ ਨਿਸਾ ਦਿੱਲੀ ਦਿਜ ਰਹਿਓ। ਉਹ ਬ੍ਰਾਹਮਣ ਤੇ ਥੱਕ ਗਿਆ ਜੀ, ਕਦੀ ਇੱਧਰ ਕਦੀ ਅੰਮ੍ਰਿਤਸਰ ਕਦੀ ਦਿੱਲੀ, ਕਦੀ ਅੰਮ੍ਰਿਤਸਰ ਕਦੀ ਦਿੱਲੀ। ਇੱਕ ਰਾਤ ਉਹ ਦਿੱਲੀ ਰਿਹਾ ਜੀ। ਬੜੀ ਪ੍ਰਾਤ ਚਲ ਚੰਦੂ ਕਹਿਓ। ਤੇ ਅੰਮ੍ਰਿਤ ਵੇਲੇ ਹੀ ਉਹ ਤੁਰ ਪਿਆ ਜੀ ਅੰਮ੍ਰਿਤਸਰ ਨੂੰ। ਪਸ਼ਚਮ ਮੁਖ ਕਰਕੇ ਗਮਨਿਓ ਤਬੈ ਸਨੈ ਸਨੈ ਮਗ ਉਲੰਘਿਓ ਸਬੈ। ਹੌਲੀ ਹੌਲੀ ਕਰਦਾ ਕਰਦਾ ਬ੍ਰਾਹਮਣ ਅੰਮ੍ਰਿਤਸਰ ਵਿੱਚ ਆ ਰਿਹਾ। ਗੁਰਪੁਰਬ ਵਿਖੇ ਪ੍ਰਵੇਸ਼ਿਓ ਆਏ। ਅੰਮ੍ਰਿਤਸਰ ਦੇ ਵਿੱਚ ਪਹੁੰਚ ਗਿਆ ਜੀ ਬ੍ਰਾਹਮਣ। ਨਿਸਪਰ ਗਈ ਬਸਿਓ ਇੱਕ ਥਾਏ। ਰਾਤ ਪੈ ਗਈ ਸੀ, ਰਾਤ ਇੱਕ ਥਾਂ ਤੇ ਰਿਹਾ ਜੀ। ਭਈ ਪ੍ਰਾਤ ਗੁਰ ਸਭਾ ਲਗਾਈ। ਦਿਨ ਚੜਿਆ, ਦੀਵਾਨ ਸਜਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ 'ਚ ਕੀਰਤਨ ਹੋਇਆ ਜੀ। ਸਿੱਖ ਸੰਗਤ ਮਸੰਦ ਸਮੁਦਾਈ। ਬੜੀਆਂ ਸੰਗਤਾਂ ਆਈਆਂ, ਬੜੀਆਂ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ। ਵਿਪਰ ਆਏ ਕਰ ਆਸ਼ਿਕ ਦੀਨ ਪਾਤੀ ਬੈਠ ਅਗਰ ਕੋ ਕੀ। ਬ੍ਰਾਹਮਣ ਆਇਆ, ਉਹਨੇ ਆ ਕੇ ਸਤਿਗੁਰੂ ਜੀ ਦੇ ਅੱਗੇ ਉਹ ਚਿੱਠੀ ਰੱਖ ਦਿੱਤੀ ਜੀ, ਜਿਹੜੀ ਦੁਸ਼ਟ ਚੰਦੂ ਨੇ ਆਪਣੇ ਹੱਥੀਂ ਲਿਖੀ ਹੈ ਜੀ। ਲੈ ਸਿੱਖ ਗੁਰ ਕੇ ਕਰ ਪਕਰਾਈ। ਸਿੱਖ ਨੇ ਫੜ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਾਲਕ ਸਤਿਗੁਰੂ ਜੀ ਦੇ ਹੱਥ ਵਿੱਚ ਚਿੱਠੀ ਫੜਾਈ। ਖੋਲ ਪੜੀ ਚੰਦੂ ਚਤਰਾਈ। ਸਤਿਗੁਰਾਂ ਨੇ ਖੋਲ ਕੇ ਪੜੀ, ਖੋਲ ਪੜੀ ਚੰਦੂ ਚਤੁਰਾਈ। ਚਤੁਰਾਈ। ਮਹਾਰਾਜ ਨੇ ਉਹਦੀ ਚਲਾਕੀ ਭਰੇ ਬੋਲ ਪੜੇ ਜੀ। ਬੰਦਾ ਨਾ ਗੱਲ ਵੀ ਬੜੀ ਚਲਾਕੀ ਨਾਲ ਕਰਦਾ ਜੀ, ਵੀ ਮੇਰਾ ਪੈਰ ਹੀ ਉੱਤੇ ਰਵੇ। ਹੁਣ ਵੀ ਉਹ ਗੱਲਾਂ ਚਿੱਠੀ 'ਚ ਉਹਨੇ ਇਹੋ ਜਿਹੀਆਂ ਲਿਖੀਆਂ, ਕੋਈ ਬੇਨਤੀ ਥੋੜ੍ਹੀ ਸਤਿਗੁਰਾਂ ਨੂੰ ਕੀਤੀ ਜੀ। ਮੰਨ ਲਓ ਮੈਂ ਤੁਹਾਡੇ ਕੰਮ ਵਿਗੜੇ ਸੁਧਾਰ ਦਿਆਂਗਾ, ਮੈਂ ਤੁਹਾਡੇ ਕੰਮ ਆਵਾਂਗਾ, ਅਜੇ ਤੇ ਵੈਰ ਹੀ ਕੋਈ ਨਹੀਂ ਹੈਗਾ, ਜੇ ਹੈ ਉਹ ਹੈ, ਮੈਂ ਦੀਵਾਨ ਆ, ਬਾਦਸ਼ਾਹ ਮੇਰੀ ਗੱਲ ਮੰਨਦਾ। ਮਹਾਰਾਜ ਨੇ ਚਿੱਠੀ ਪੜ੍ਹੀ ਤੇ ਮਹਾਰਾਜ ਨੇ ਵੇਖਿਆ ਵੀ ਸਿੱਧੀ ਨਿਰੀ ਹਉਮੈ ਹੀ ਹੈਗੀ ਹੈ ਜੀ, ਹਉਮੈ ਨਾਲ ਹੀ ਭਰੀ ਹੈ ਚਿੱਠੀ ਦੀ। ਜਾਨ ਕਟੁਲਤਾ ਮੂਰਖ ਕੇਰੀ। ਮਹਾਰਾਜ ਨੇ ਉਸ ਮੂਰਖ ਦੀ ਮੂਰਖਤਾ ਵੇਖੀ ਜੀ। ਉੱਤਰ ਕਹਿਤ ਭਏ ਤਿਸ ਬੇਰੀ। ਸਤਿਗੁਰਾਂ ਨੇ ਉੱਤਰ ਦਿੱਤਾ, ਮਾਨਨੀਏ ਗੁਰਸਿੱਖ ਹਮਾਰੇ। ਮਹਾਰਾਜ ਕਹਿਣ ਲੱਗੇ ਬ੍ਰਾਹਮਣ ਜੀ, ਸਾਡੇ ਲਈ ਸਾਡੇ ਸਿੱਖ ਪੂਜਣ ਯੋਗ ਨੇ, ਮਾਣ ਯੋਗ ਨੇ। ਹਾਂਜੀ, ਕਰਹਿ ਤਥਾ ਇਹ ਜਥਾ ਉਚਾਰੇ। ਜਿਵੇਂ ਸਿੱਖ ਕਹਿਣਗੇ ਉਵੇਂ ਅਸੀਂ ਕਰਾਂਗੇ, ਜਿਵੇਂ ਸੰਗਤ ਕਹੇਗੀ। ਸ਼੍ਰੀ ਨਾਨਕ ਆਦਿਕ ਗੁਰ ਸਾਰੇ ਜਾਣਤ ਰਹੇ ਇਨਹੋ ਬਹੁ ਪਿਆਰੇ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸਤਿਗੁਰੂ ਵੀ ਸੰਗਤਾਂ ਨਾਲ ਬੜਾ ਪਿਆਰ ਕਰਦੇ ਹੈ। ਗੁਰੂ ਅੰਗਦ ਦੇਵ ਜੀ ਵੀ ਸੰਗਤਾਂ ਨਾਲ ਬੜਾ ਪਿਆਰ ਕੀਤਾ। ਗੁਰੂ ਅਮਰਦਾਸ ਜੀ ਤੇ ਬਹੁਤ ਪਿਆਰ ਕੀਤਾ। ਗੁਰੂ ਰਾਮਦਾਸ ਜੀ ਨੇ ਵੀ ਸੰਗਤ ਨਾਲ ਬੜਾ ਪਿਆਰ ਕੀਤਾ। ਅਸੀਂ ਇਸ ਗੱਲ ਵਿੱਚ ਸੰਗਤ ਦੀ ਗੱਲ ਨੂੰ ਲਾਂਭੇ ਕਿਵੇਂ ਕਰ ਦਈਏ, ਮਾਣ ਕਰਿਆ ਕਰੀਏ ਆਪਣੇ ਤੇ। ਹਾਂਜੀ, ਹਮ ਵੀ ਮਾਨਤ ਹੈ ਸਿੱਖ ਬਾਕ। ਇਸ ਕਰਕੇ ਅਸੀਂ ਵੀ ਸੰਗਤਾਂ ਦੇ ਸਿੱਖਾਂ ਦੇ ਬਚਨ ਮੰਨਦੇ ਹਾਂ। ਕਹਿਓ ਤਿਨਹੋ ਨਹਿ ਲੀਜੈ ਸਾਕ। ਤੇ ਸਾਨੂੰ ਸਿੱਖਾਂ ਨੇ ਕਹਿਤਾ, ਸੰਗਤਾਂ ਨੇ ਕਹਿਤਾ ਰਿਸ਼ਤਾ ਨਹੀਂ ਲੈਣਾ। ਇਸ ਕਰਕੇ ਬ੍ਰਾਹਮਣ ਜੀ ਚੰਦੂ ਨੂੰ ਕਹਿ ਦਿਓ ਆਪਣੀ ਅਮੀਰੀ ਦਾ ਦਾਵਾ ਨਾ ਵਿਖਾਵੇ, ਹੁਣ ਇਹ ਰਿਸ਼ਤਾ ਨਹੀਂ ਹੋ ਸਕਦਾ। ਕਹਿਣ ਲੱਗੇ ਇਹ ਸਤਿਗੁਰਾਂ ਨੇ ਬਚਨ ਕੀਤਾ। ਅੱਗੋਂ ਫਿਰ ਪ੍ਰਸੰਗ ਜਿਹੜਾ ਉਹ ਕੱਲ੍ਹ ਨੂੰ ਚੱਲੇਗਾ। ਅਗਲੀ ਕਥਾ ਕੱਲ੍ਹ ਨੂੰ ਸਰਵਣ ਕਰਿਓ। ਸੰਗਤ ਜੀ, ਇੱਕ ਬੋਲਿਆ ਹੋਇਆ ਬੋਲ ਬੰਦੇ ਨੂੰ ਬਹੁਤ ਪਛਾਣ ਸੁੱਟ ਦਿੰਦਾ ਹੈ। ਬੋਲ ਹੀ ਮੁੱਖੋਂ ਨਿਕਲਿਆ ਨਾ ਜੀ।
ਤੇ ਮਹਾਰਾਜ ਬਾਣੀ ਚ ਕਹਿੰਦੇ ਜੇ ਗੰਢ ਪ੍ਰੀਤੀ ਮਿੱਠੇ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ ਗੰਢ ਪਾਉਂਦੇ ਆ, ਫਿੱਕੇ ਬੋਲ ਤੋੜ ਦਿੰਦੇ ਆ ਜੀ। ਇਸ ਕਰਕੇ ਮਿੱਠੇ ਬੋਲ ਬੋਲਿਆ ਕਰੀਏ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਾਂ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੌਰਾ। ਕੌੜਾ ਬੋਲ ਨਾ ਜਾਣੈ। ਰੱਬ ਨੂੰ ਇੱਕ ਕੰਮ ਨਹੀਂ ਆਉਂਦਾ ਜੀ, ਕੀ? ਕੌੜਾ ਬੋਲਣਾ ਨਹੀਂ ਆਉਂਦਾ ਰੱਬ ਨੂੰ ਜੀ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੈ। ਸੱਚੇ ਪਾਤਸ਼ਾਹ ਮਿਹਰਾਂ ਕਰਨਾ। ਮਹਾਰਾਜ ਗਰੀਬ ਨਵਾਜ ਬਾਣੀ ਵਿੱਚ ਕਹਿੰਦੇ ਆ ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ ਗੰਢ ਬਣਾ ਦਿੰਦੇ ਆ, ਰੁੱਖੇ ਬੋਲ ਜਿਹੜੇ ਆ ਉਹ ਗੰਢ ਤੋੜ ਦਿੰਦੇ ਆ। ਸੋ ਸੱਚੇ ਪਾਤਸ਼ਾਹ ਮਿਹਰਾਂ ਕਰਨ। ਜਦੋਂ ਆਪਾਂ ਕਥਾ ਦਾ ਭੋਗ ਪਿਆ ਸੀ ਪਹਿਲੀ ਵਾਰੀ, ਤੇ ਮਹਾਂਪੁਰਖਾਂ ਨੇ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲਿਆਂ ਨੇ ਸ਼ਬਦ ਇਹੋ ਹੀ ਪੜ੍ਹਿਆ ਸੀ ਆ ਕੇ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ। ਤੇ ਮਿੱਠੇ ਬੋਲ ਉਹ ਬੋਲੇਗਾ ਜਿਹਦੇ ਅੰਦਰ ਮਿਠਾਸ ਹੈਗੀ ਆ ਜੀ, ਤੇ ਜਿਹਦੇ ਅੰਦਰ ਜ਼ਹਿਰ ਭਰਿਆ ਪਿਆ ਉਹਨੇ ਤਾਂ ਜ਼ਹਿਰ ਵਾਲੀਆਂ ਹੀ ਗੱਲਾਂ ਕਰਨੀਆਂ ਜੀ। ਵੇਖੋ ਚੰਦੂ ਦੇ ਅੰਦਰ ਜ਼ਹਿਰ ਭਰਿਆ, ਜ਼ਹਿਰ ਵਰਗੀਆਂ ਹੀ ਗੱਲਾਂ ਕਰਦਾ ਜੀ। ਸਤਿਗੁਰੂ ਮਿਹਰ ਕਰਨ, ਮਹਾਰਾਜ ਕਿਰਪਾ ਕਰਨ, ਇਹ ਦਾਤ ਸਾਨੂੰ ਬਖਸ਼ਿਸ਼ ਕਰਨ। ਕਥਾ ਸੁਣੀ ਹੈ, ਇਹਦਾ ਲਾਭ ਵੀ ਸਾਨੂੰ ਹੋਵੇ, ਇਹ ਸਤਿਗੁਰੂ ਸਾਡੇ ਤੇ ਮਿਹਰਾਂ ਕਰਨ। ਆਓ ਪੰਕਤੀ ਪੜੋ। ਮਿੱਠੇ ਬੋਲ 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 ਮਿੱਠੇ ਮਿੱਠੇ ਬੋਲ। ਗੱਜ ਕੇ ਇਹ ਤੇ ਔਖਾ ਹੀ ਨਹੀਂ ਹੈਗਾ ਜੀ, ਮਿੱਠੇ ਬੋਲ ਹੀ ਤੇ ਬੋਲਣਾ। ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਗੰਢ ਪ੍ਰੀਤੀ ਮਿੱਠੇ ਬੋਲ ਗੰਢ ਪ੍ਰੀਤੀ ਮਿੱਠੇ ਬੋਲ ਗੰਢ ਪ੍ਰੀਤੀ ਮਿੱਠੇ ਬੋਲ ਗੰਢ ਪ੍ਰੀਤੀ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ ਮਿੱਠੇ ਬੋਲ। ਸਤਿਗੁਰੂ ਬਾਣੀ ਚ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਧਿਆਨ ਨਾਲ ਸੁਣਿਓ, ਟੂਟ ਪ੍ਰੀਤ ਗਈ ਬੁਰ ਬੋਲ। ਗੱਜ ਕੇ ਆਖੋ ਵਾਹਿਗੁਰੂ। ਬੁਰ ਦਾ ਅਰਥ ਬੁਰੇ ਜੀ। ਬੁਰੇ ਬੋਲ ਬੋਲਣ ਨਾਲ ਪ੍ਰੀਤ ਟੁੱਟ ਗਈ ਜੀ। ਹਾਂਜੀ, ਬੁਰੇ ਬੋਲ ਬੋਲਣ ਨਾਲ ਪ੍ਰੀਤ ਟੁੱਟ ਗਈ ਜੀ। ਟੋਟ ਪ੍ਰੀਤ ਗਈ ਬੁਰ ਬੋਲ ਗੰਢ ਪ੍ਰੀਤੀ ਮਿੱਠੇ ਬੋਲ ਮਿੱਠੇ ਬੋਲ। ਤੇ ਜੇ ਗੰਢ ਪਏਗੀ ਤੇ ਮਿੱਠੇ ਬੋਲ ਜੀ। ਤੇ ਵੇਖ ਲਓ ਰਿਸ਼ਤਾ ਟੁੱਟਿਆ ਕਿਉਂ ਜੀ? ਬੁਰੇ ਬੋਲਾਂ ਕਰਕੇ। ਤੇ ਚੰਦੂ ਦੇ ਕਿਸਮਤ ਮਾੜੀ ਆ, ਕੋ ਮਿੱਠੇ ਬੋਲ ਨਹੀਂ ਬੋਲਦਾ। ਹੁਣ ਵੀ ਉਹ ਫਾਇਰ ਹੀ ਛੱਡਦਾ ਹਵਾਈ, ਕੌੜੇ ਹੀ ਬੋਲ ਬੋਲਦਾ।
ਸੱਚੇ ਪਾਤਸ਼ਾਹ ਮੇਰਾ ਕਰਨ ਬਖਸ਼ਿਸ਼ਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ